ਨਾਮ ਧਿਆਈਐ। ਕਾਰਜ ਆਵੈ ਰਾਸ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਰੂਪ ਨਿਸਤਾਰੇ। ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ। ਮਨ ਬੀਜਿਆ ਖਾਵਾਰੇ। ਜਿਉ ਜਨ ਚੰਦਰਹਾਸ ਦੁਖਿਆ ਧ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾਏ। ਪ੍ਰਭ ਕਉ ਜਨ ਅੰਮ੍ਰਿਤ ਰਿਤ ਲੋਚੈ। ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਚੜਾਏ। ਜਨ ਪੀਛੈ ਜਗ ਨਿਸਤਾਰੇ। ਆਪਨ ਆਪ ਆਪ ਪ੍ਰਭ ਠਾਕੁਰ। ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੈ। ਕਰ ਕਿਰਪਾ ਆਪ ਨਿਸਤਾਰੇ। ਆਪਨ ਆਪ ਆਪ ਪ੍ਰਭ ਠਾਕੁਰ। ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੈ। ਕਰ ਕਿਰਪਾ ਆਪ ਨਿਸਤਾਰੇ। ਸਾਹਿਬੀ ਕੁਮਾਰ ਵਾਲੀ ਕੁਲ ਆਲਮ ਚਵਰ ਸ਼ਤਰ ਤਥਾ ਵਕਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਸਜ ਰਹੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ। ਵਡਭਾਗੇ ਹਾਂ ਕਿ ਇਹ ਸਤ ਸੰਗਤ ਦੀਆਂ ਅਮੋਲਕ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਗੁਰਮਤਿ ਸਮਾਗਮ ਉਲੀਕਿਆ ਗਿਆ। ਸੋ ਆਓ
ਗੁਰਬਾਣੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਅਸੀਸ ਬਖਸ਼ੋ। ਸਾਰੇ ਇੱਕੋ ਆਵਾਜ਼ ਪਿਆਰ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਨੂੰ ਆਪਾਂ ਅੱਜ ਮਨਾ ਰਹੇ ਹਾਂ। ਜਿਸ ਤੋਂ ਆਪਾਂ ਅੱਜ ਬਾਣੀ ਦੇ ਮੁਤਾਬਕ, ਕਿਉਂਕਿ ਬਾਣੀ ਦਾ ਫੈਸਲਾ ਹੈ ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰੂ ਦੀ ਬਾਣੀ ਨੂੰ ਗੁਰੂ ਤੋਂ ਹੀ ਜਾਣਿਆ ਜਾਂਦਾ ਹੈ, ਜਾਂ ਗੁਰੂ ਦੀ ਬਾਣੀ ਨੂੰ ਗੁਰੂ ਦੇ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਕੋਈ ਮਨੁੱਖ, ਕੋਈ ਵੀ ਇਨਸਾਨ, ਚਾਹੇ ਉਹ ਧਰਮੀ ਆ ਚਾਹੇ ਅਧਰਮੀ ਆ, ਚਾਹੇ ਉਹ ਅੰਮ੍ਰਿਤਧਾਰੀ ਹੈ ਜਾਂ ਨਹੀਂ ਹੈ, ਕਿਸੇ ਦੇ ਦੁਆਰਾ ਆਪਣੀ ਸਮਝ ਦੇ ਮੁਤਾਬਕ ਕੀਤੇ ਗਏ ਅਰਥ ਸਾਨੂੰ ਇੱਕ ਰਾਹ ਤਾਂ ਦੱਸ ਸਕਦੇ ਨੇ, ਪਰ ਉਸ ਨੂੰ ਸਮਝਣ ਦਾ ਇੱਕ ਤਰੀਕਾ ਤਾਂ ਕਿਹਾ ਜਾ ਸਕਦਾ ਹੈ। ਪੂਰਨ ਤੌਰ 'ਤੇ ਸੱਚ ਗਿਆਨ ਹੋ ਜਾਣਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੇਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜਿਹੜੇ ਟੀਕਾਕਾਰਾਂ ਨੇ ਅਰਥ ਕੀਤੇ ਹੋਏ ਨੇ ਉਹ ਕੋਈ ਇੱਕ ਨਹੀਂ, ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਕਈਆਂ ਨੇ ਜਿਹੜੇ ਟੀਕਾ ਕੀਤੇ ਨੇ, ਜਿਨ੍ਹਾਂ ਵਿੱਚ ਫਰੀਦਕੋਟੀਆ ਟੀਕਾ ਵੀ ਹੈ, ਦਮਦਮੀ ਟਕਸਾਲ ਦਾ ਲਿਖਿਆ ਹੋਇਆ ਦਰਪਣ ਟੀਕਾ ਵੀ ਹੈ, SGPC ਦੇ ਕਈ ਵਿਦਵਾਨ ਨੇ ਜਿਨ੍ਹਾਂ ਨੇ ਟੀਕਾ ਕੀਤਾ ਹੈ, ਭਾਵ ਕਿ ਦਰਪਣ ਲਿਖਿਆ ਹੈ, ਗੁਰਬਾਣੀ ਨੂੰ ਅਰਥਾਂ ਦੇ ਨਾਲ ਵਰਣਨ ਕੀਤਾ ਹੈ। ਪਰ ਉਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਮਾਨਤਾ ਹੈ ਤਾਂ ਉਹ ਮਾਨਤਾ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਸਟੀਕ ਨੂੰ ਦਿੱਤੀ ਗਈ ਹੈ, ਕਿਉਂਕਿ ਉਹਨਾਂ ਨੇ ਗੁਰਬਾਣੀ ਵਿਆਕਰਨ ਦੇ ਮੁਤਾਬਕ ਜਿਹੜੇ ਗੁਰਬਾਣੀ ਦੇ ਅਰਥ ਕੀਤੇ ਨੇ, ਉਹਨਾਂ ਨੇ ਵੀ ਇਹ ਗੱਲ ਆਪਣੇ ਟੀਕਾ ਦੇ ਵਿੱਚ ਲਿਖੀ ਹੈ ਕਿ ਸਿਰਫ ਇਹ ਕੁਝ ਕਦਮ ਨੇ ਜਿਨ੍ਹਾਂ ਦੁਆਰਾ ਰਾਹ ਦਾ ਪਤਾ ਲੱਗਦਾ ਹੈ, ਪਰ ਇਸ ਨੂੰ ਅੱਗੇ ਹੋਰ ਗੂੜ੍ਹ ਗਿਆਨ ਦੇ ਨਾਲ ਸਮਝਣਾ ਅਤਿ ਜ਼ਰੂਰੀ ਹੈ। ਵੀ ਇਹ ਕੋਈ ਮੈਂ ਦਾਅਵਾ ਨਹੀਂ ਕਰਦਾ ਵੀ ਇਹ ਜਿਹੜੇ ਅਰਥ ਕੀਤੇ ਗਏ ਨੇ ਵੀ ਮੇਰੇ ਵੱਲੋਂ ਆਖਰੀ ਨੇ। ਕੋਈ ਹੋਰ ਗੂੜ੍ਹ ਗਿਆਨ ਸੋਝੀ ਲੈ ਕੇ ਪਾਵਨ ਬਾਣੀ ਤੋਂ ਉਹਦੇ ਅਰਥ ਹੈ ਜਿਹੜੇ ਉਹ ਕਰ ਸਕਦਾ ਹੈ, ਪਰ ਉਹਨਾਂ ਅਰਥਾਂ ਨੂੰ ਜੇ ਕੋਈ ਆਖਰੀ ਮੰਨ ਕੇ ਬੈਠ ਜਾਵੇ, ਇਹ ਵੀ ਇੱਕ ਵੱਡੀ ਭੁੱਲ ਹੈ। ਸਾਡੇ ਸਮਾਜ ਦੇ ਵਿੱਚ ਜਿੱਥੇ ਵੀ ਗੱਲ ਚੱਲੇਗੀ ਉਹ ਸ਼ਬਦ ਤੋਂ ਹੀ ਚੱਲੇਗੀ। ਸ਼ਬਦ ਦੇ ਦੁਆਰਾ ਹੀ, ਬੋਲ ਕੇ ਹੀ ਕਿਸੇ ਨੂੰ ਕੁਝ ਦੱਸਿਆ ਜਾ ਸਕਦਾ ਹੈ।
ਬੋਲ ਕੇ ਦੱਸਣ ਦੀ ਥਾਂ ਦੇ ਉੱਪਰ ਹੁਣ ਜਿਹੜਾ ਇਨਸਾਨ ਦੂਰੀ 'ਤੇ ਹੈ ਜਾਂ ਬੋਲ ਨਹੀਂ ਸਕਦਾ, ਉਹਨਾਂ ਦੇ ਲਈ ਅੱਗੇ ਜਿਹੜੇ ਅੱਖਰਾਂ ਦਾ, ਸ਼ਬਦ ਦਾ ਪ੍ਰਗਟਾਵਾ ਹੋਇਆ, ਬੋਲਾਂ ਵਿੱਚੋਂ ਜਿਹੜੇ ਸ਼ਬਦ ਬਣੇ, ਉਹਨਾਂ ਨੂੰ ਲਿਖਤੀ ਰੂਪ ਦੇ ਦਿੱਤਾ ਤਾਂ ਕਿ ਪਤਾ ਲੱਗ ਸਕੇ ਵੀ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਸਾਡੇ ਸਮਾਜ ਦੇ ਵਿੱਚ ਜਿੰਨੇ ਵੀ ਇਸ ਧਰਤੀ ਦੇ ਉੱਤੇ, ਦੁਨੀਆ ਦੇ ਵਿੱਚ ਧਾਰਮਿਕ ਗ੍ਰੰਥ ਹੋਏ, ਉਹ ਜਾਂ ਤਾਂ ਸੁਣੇ ਸੁਣਾਏ ਲਿਖੇ ਗਏ ਜਾਂ ਉਹਨਾਂ ਦੇ ਪ੍ਰਗਟ ਕਰਨ ਤੋਂ ਬਹੁਤ ਸਮਾਂ ਬਾਅਦ ਲਿਖੇ ਗਏ। ਜਿਵੇਂ ਕਿ 4 ਵੇਦਾਂ ਦੀ ਗੱਲ ਚੱਲਦੀ ਹੈ, ਉਹ 4 ਵੇਦ ਜਿਹੜੇ ਸੀਗੇ, ਉਹਦੇ ਵਿੱਚ ਜੋ ਮੰਤਰ ਉਚਾਰਨ ਕੀਤੇ ਹੋਏ ਨੇ, ਉਹ ਮੰਤਰ ਬਹੁਤ ਲੰਮਾ ਸਾਲ, ਕਈ ਹਜ਼ਾਰਾਂ ਸਾਲ ਸਿਰਫ ਤੇ ਸਿਰਫ ਉਚਾਰਨ ਕੀਤੇ ਗਏ, ਸੁਣਾਏ ਗਏ, ਸੁਣੇ ਗਏ। ਇਹਦੇ ਵਿੱਚ ਕੋਈ ਦੋ ਰਾਹਾਂ ਨਹੀਂ ਵੀ ਜੋ ਕੁਝ ਕਿਸੇ ਵੱਲੋਂ ਸੁਣਾਇਆ ਗਿਆ ਹੋਵੇ ਉਹਨੂੰ ਕੋਈ ਹੂ ਬਹੂ ਲਿਖ ਸਕੇ। ਫਰਕ ਰਹਿ ਜਾਂਦਾ। ਹੋ ਸਕਦਾ ਕਿਤੇ ਕੋਈ ਘਾਟ ਬਾਧ ਹੋ ਜਾਵੇ, ਕੁਛ ਵੱਧ ਲਿਖਿਆ ਜਾਵੇ, ਕੁਛ ਘੱਟ ਲਿਖਿਆ ਜਾਵੇ, ਕਿਉਂਕਿ ਬਹੁਤਾ ਸੁਣਿਆ ਹੋਇਆ ਵੀ ਬੰਦੇ ਦੇ ਦਿਮਾਗ ਦੇ ਵਿੱਚ ਟਿਕਿਆ ਨਹੀਂ ਰਹਿ ਸਕਦਾ। ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਦੋਂ ਬੈਠੇ ਬੈਠੇ ਹੀ, ਸੁਣਦੇ ਸੁਣਦੇ ਹੀ ਧਿਆਨ ਵਿੱਚ ਨਹੀਂ ਆਉਂਦੀਆਂ, ਕਿਉਂਕਿ ਕੋਈ ਇੰਨਾ ਇਕਾਗਰ ਚਿੱਤ ਹੋ ਕੇ ਜਾਂ ਇੰਨਾ ਗਹਿਰਾਈ ਦੇ ਨਾਲ ਨਹੀਂ ਸੁਣਦਾ ਜਾਂ ਨਹੀਂ ਬਹਿੰਦਾ ਵੀ ਉਹਨੂੰ ਹਰੇਕ ਕੱਲੀ ਕੱਲੀ ਗੱਲ ਯਾਦ, ਇੰਨ ਬਿੰਨ ਯਾਦ ਰਹਿ ਜਾਵੇ। ਕੋਈ ਸ਼ਖਸ ਨਹੀਂ, ਕੋਈ ਵਿਰਲਾ ਹੋਵੇਗਾ ਵੀ ਜਿਹਨੂੰ ਕੁਝ ਸਮੇਂ ਲਈ ਥੋੜ੍ਹਾ ਯਾਦ ਰਹਿ ਜਾਵੇ। ਇਸੇ ਕਰਕੇ ਬਾਤ ਘਾਟ ਹੋਈ। ਵੇਖੋ, ਗੀਤਾ ਦੇ ਵਿੱਚ 8000 ਸ਼ਲੋਕ ਸੀ, ਪਰ ਸੁਣਦੇ ਸੁਣਾਉਂਦਿਆਂ, ਅੱਗੇ ਵਧਦੇ ਵਧਾਉਂਦਿਆਂ, ਵਿੱਚ ਵਾਧੇ ਕਰਦਿਆਂ ਅੱਜ 24000 ਸ਼ਲੋਕ ਹੋ ਗਿਆ। ਫਰਕ ਪੈ ਗਿਆ ਨਾ। ਪਾਵਨ ਕੁਰਾਨ ਹੈ, ਕੁਰਾਨ ਦੇ ਵਿੱਚ ਲਿਖੀਆਂ ਗਈਆਂ ਆਇਤਾਂ ਨੇ, ਜੋ ਲਿਖਿਆ ਗਿਆ ਗਿਆਨ ਹੈ, ਉਹ ਮੁਹੰਮਦ ਸਾਹਿਬ ਤੋਂ ਕਿੰਨੇ ਚਿਰ ਬਾਅਦ ਲਿਖੀ ਹੋਈ ਹੈ। ਇਸ ਕਰਕੇ ਉਹਦੇ ਵਿੱਚ ਵੀ ਘਾਟ ਬਾਧ ਹੋ ਸਕਦੀ ਹੈ। ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ ਵੀ ਹਾਂ, ਜੇਕਰ ਖੁਦ ਮੁਹੰਮਦ ਸਾਹਿਬ ਆਪ ਕਲਾਮ ਉਚਾਰਦੇ ਤੇ ਲਿਖਵਾਉਂਦੇ ਤਾਂ ਹੋ ਸਕਦਾ ਵੀ ਉਹਦੇ ਵਿੱਚ ਹੋਰ ਵੀ ਉਸ ਤੋਂ ਵਧੀਆ ਚਾਨਣ ਦਿੱਤਾ ਜਾਂਦਾ, ਕਿਉਂਕਿ ਕੋਈ ਵੀ ਧਾਰਮਿਕ ਗ੍ਰੰਥ ਹੈ ਉਹ ਕੀ ਕਰਦਾ, ਉਹ ਦੂਜਿਆਂ ਦਾ ਮਾਰਗਦਰਸ਼ਕ ਹੈ, ਚਾਨਣ ਮੁਨਾਰਾ ਹੈ। ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਹੈ ਨਾ, ਤਾਂ ਉਹਨਾਂ ਨੇ ਪ੍ਰਗਟਾਈ ਕੀਤੀ ਹੈ। ਪ੍ਰਗਟ ਇਹ ਕਹਿ ਲਓ ਵੀ ਉਹਨਾਂ ਦੇ ਜਨਮ ਦਾ ਜਿਹੜਾ ਚਿੱਤਰ ਖਿੱਚਿਆ, ਉਲੀਕਿਆ ਹੈ, ਉਹ ਉਹਨਾਂ ਨੇ ਇਸ ਤਰੀਕੇ ਨਾਲ ਉਲੀਕਿਆ ਕਿ ਗੁਰੂ ਨਾਨਕ ਸਾਹਿਬ ਜੀ ਇੱਕ ਮਤ, ਇੱਕ ਸੋਚ ਨੂੰ ਲੋਕਾਂ ਦੇ ਵਿੱਚ ਪ੍ਰਕਾਸ਼ਵਾਨ ਕਰ ਰਹੇ ਨੇ, ਪ੍ਰਕਾਸ਼ ਕਰ ਰਹੇ ਨੇ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਚਾਨਣ ਦੀ ਗੱਲ ਹੈ। ਹੁਣ ਧੁੰਦ ਕਾਹਦੀ ਸੀ? ਦੇਖੋ, ਇੱਕ ਤਾਂ ਹਨੇਰਾ, ਲਾਈਟ ਜਗਾਈ, ਹਨੇਰਾ ਦੂਰ ਹੋ ਗਿਆ। ਕਿੰਨਾ? ਜਿੰਨੇ ਜਗ੍ਹਾ ਦੇ ਵਿੱਚ ਲਾਈਟ ਚੱਲੀ ਓਨੇ ਵਿੱਚੋਂ ਹਨੇਰਾ ਦੂਰ ਹੋ ਗਿਆ, ਬਾਕੀ ਹਨੇਰਾ। ਫਿਰ ਅੱਗੇ ਜਾ ਤੇ ਇੱਕ ਹੈ ਧੁੰਦ। ਆਉਣ ਵਾਲੇ ਸਮੇਂ ਵਿੱਚ ਧੁੰਦਾਂ ਪੈਣੀਆਂ ਨੇ, ਆਪਾਂ ਨੂੰ ਸਾਰਿਆਂ ਨੂੰ ਹੀ ਪਤਾ। ਧੁੰਦ ਦਾ ਕੀ ਹੈ ਵੀ ਲਾਈਟ ਵੀ ਜਗਾਓ ਪਰ ਦਿਸਦਾ ਫਿਰ ਨਹੀਂ, ਬਹੁਤ ਮੁਸ਼ਕਿਲ ਹੋ ਜਾਂਦੀ ਹੈ ਦਿਸਣ ਦੇ ਲਈ ਵੀ।
ਅੱਖਾਂ ਉਹੀ ਨੇ ਜਿਹੜੀਆਂ ਦਿਨ ਦੇ ਵਿੱਚ ਦੇਖਦੀਆਂ, ਪਰ ਰਾਤ ਵੀ ਹੋਵੇ, ਧੁੰਦ ਵੀ ਹੋਵੇ, ਭਾਵ ਹਨੇਰਾ ਵੀ ਹੈ ਅਤੇ ਧੁੰਦ ਵੀ ਹੈ ਗਹਿਰੀ। ਹੁਣ ਹਨੇਰਾ ਕੀ ਹੈ? ਕਹਿੰਦੇ ਜਿਹੜੇ ਸਿੱਧ ਸੀ, ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਸੀ ਵੀ ਅਸੀਂ ਹੀ ਧਰਮੀ ਹਾਂ, ਅਸੀਂ ਹੀ ਰੱਬ ਨੂੰ ਮਿਲ ਸਕਦੇ ਹਾਂ, ਰੱਬ ਨੂੰ ਪਾ ਲਿਆ ਹੈ, ਕਹਿੰਦੇ ਉਹ ਕੀ ਹੋ ਗਿਆ? ਪਰਬਤਾਂ ਦੇ ਵਿੱਚ ਲੁਕ ਕੇ ਬੈਠ ਗਏ, ਸੰਸਾਰ ਦੇ ਨਾਲੋਂ ਨਾਤਾ ਤੋੜ ਲਿਆ। ਕਹਿੰਦੇ ਨਹੀਂ, ਅੱਜ ਵੀ ਮਾਫੀ ਚਾਹੂੰਗਾ। ਅੱਜ ਵੀ ਸਾਡੇ ਵਿੱਚ ਵੀ ਕੁਝ ਐਸੀਆਂ ਸ਼੍ਰੇਣੀਆਂ ਪੈਦਾ ਹੋ ਗਈਆਂ ਜਿਹੜੀਆਂ ਆਪਣੇ ਆਪ ਨੂੰ ਲੁਕੋ ਕੇ ਰੱਖਣਾ ਚਾਹੁੰਦੇ ਆ, ਵੀ ਛੁਪ ਕੇ ਬੈਠੀਏ, ਲੁਕ ਕੇ ਬੈਠੀਏ, ਵੀ ਸ਼ਾਇਦ ਫੇਰ ਮਾਨਤਾ ਵੱਧ ਹੋਵੇਗੀ। ਕੋਈ ਭੋਰਿਆਂ ਦੇ ਵਿੱਚ ਵੜ ਗਿਆ, ਕੋਈ 10-10 ਮੰਜ਼ਲੀਆਂ ਬਿਲਡਿੰਗਾਂ ਬਣਾ ਕੇ ਜਮਾਂ ਸਿਖਰ 'ਤੇ ਬਹਿ ਗਿਆ ਵੀ ਮੈਂ ਤਾਂ ਆਸਣੀ ਇੱਥੇ ਲਾਵਾਂਗਾ। ਫਰਕ ਪੈ ਗਿਆ ਨਾ। ਪਰ ਦੂਜੇ ਪਾਸੇ ਕਹਿੰਦੇ ਜਗਤ ਨੂੰ ਕੌਣ ਤਾਰ ਸਕਦਾ ਹੈ? ਪਾਰ ਉਤਾਰਾ ਜਿਹਨੇ ਕਰਨਾ ਸੀ, ਸਮਝਾਉਣਾ ਸੀ ਲੋਕਾਂ ਨੂੰ ਵੀ ਭਾਈ ਤੁਸੀਂ ਗਲਤ ਕੁਰਾਹੇ ਪਏ ਹੋਏ ਹੋ, ਇੱਦਾਂ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਕਿਉਂਕਿ ਹਰ ਕੋਈ ਚਾਹੁੰਦਾ ਏ ਵੀ ਕਿਸੇ ਨਾ ਕਿਸੇ ਤਰੀਕੇ ਮੈਂ ਰੱਬ ਨੂੰ ਪਾ ਲਵਾਂ। ਇਸੇ ਕਰਕੇ ਕਿੱਡੇ ਕਿੱਡੇ ਅਨੰਬਰ ਬਣੇ, ਕਰਨ ਚੱਲੇ ਆਪੋ ਆਪਣੇ ਮੁਤਾਬਕ। ਹਰ ਕੋਈ ਇਹ ਗਿਆਨ ਦਿੰਦਾ ਗਿਆ ਵੀ ਰੱਬ ਨੂੰ ਕਿਵੇਂ ਪਾਇਆ ਜਾਂਦਾ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਦੇ ਵਿੱਚ ਗੱਲ ਕੀ ਹੈ? ਰੱਬ ਨੂੰ ਪਾਉਣ ਦੀ। ਪਰ ਹੁਣ ਤਰੀਕਾ ਕੀ ਹੈ? ਤਰੀਕਾ ਕਿਸੇ ਨੇ ਸਹੀ ਦੱਸਿਆ ਕੋਈ ਨਹੀਂ। ਕੋਈ ਕਹਿੰਦਾ ਨਹੀਂ ਜੀ ਲਗਾਤਾਰ ਸਮਾਧੀ ਲਾ ਕੇ ਬੈਠੋ, ਤੁਹਾਨੂੰ ਫਿਰ ਰੱਬ ਦੀ ਪ੍ਰਾਪਤੀ ਹੋਵੇਗੀ। ਕੋਈ ਕਹਿੰਦਾ ਨਹੀਂ ਜੀ ਤੁਸੀਂ ਇੱਦਾਂ ਕਰੋ ਵੀ ਬਾਹਰੀ ਤੀਰਥਾਂ 'ਤੇ ਜਾ ਕੇ ਆਓ, ਇਸ਼ਨਾਨ ਕਰੋ, ਫਿਰ ਰੱਬ ਦੀ ਪ੍ਰਾਪਤੀ ਹੋਏਗੀ। ਕੋਈ ਕਹਿੰਦਾ ਜੀ ਆਪਣੇ ਜਿਹੜੀ ਹੈ ਜਿੰਨੀਆਂ ਵੀ ਤ੍ਰਿਸ਼ਨਾਵਾਂ ਨੇ ਉਹਨਾਂ ਨੂੰ ਇਸ ਹੱਦ ਤੱਕ ਲੈ ਜਾਵੋ ਵੀ ਇੱਕ ਦਿਨ ਤ੍ਰਿਸ਼ਨਾ ਮੁੱਕ ਜਾਵੇ ਅਤੇ ਫਿਰ ਰੱਬ ਦੀ ਪ੍ਰਾਪਤੀ ਹੋਵੇਗੀ। ਕੋਈ ਚਤੁਰਾਈਆਂ ਦੇ ਨਾਲ ਪਾਉਣਾ ਚਾਹੁੰਦਾ, ਸਿਆਣਪਾਂ ਦੇ ਨਾਲ ਪਾਉਣਾ ਚਾਹੁੰਦਾ, ਫਿਰ ਹੋਵੇਗੀ। ਪਰ ਗੁਰੂ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਰੱਬ ਨੂੰ ਪਾਉਣ ਦਾ ਤਰੀਕਾ ਜੋ ਦੂਜਿਆਂ ਨੇ ਦੱਸਿਆ ਉਹ ਤਰੀਕਾ ਸਹੀ ਨਹੀਂ ਹੈ। ਇੱਥੇ ਉਹਨਾਂ ਨੂੰ ਇਹ ਨਹੀਂ ਵੀ ਉਹ ਬਿਲਕੁਲ ਹੀ ਵੀ ਜ਼ੀਰੋ ਹੈ, ਨਹੀਂ। ਇਹ ਵੀ ਗੱਲ ਸਾਫ਼ ਕਰ ਦਿੱਤੀ ਕਿ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੈਤਾਲਿਆ। ਕਹਿੰਦੇ ਨਾਮ ਉੱਤਮ, ਕੋਈ ਚੰਗਾ ਗੁਣ ਵੀ ਹੋਵੇਗਾ ਪਰ ਉਹਨੂੰ ਖੋਜੇਗਾ ਕੌਣ? ਕਿਉਂਕਿ ਲੋਕ ਤਾਂ ਬੈਤਾਲੇ ਨੇ, ਮਤਵਾਲੇ ਹੋਏ ਨੇ, ਆਪਣੀ ਬੁੱਧ ਦੇ ਮੁਤਾਬਕ ਚੱਲਦੇ ਨੇ। ਅਤੇ ਜਿਹੜਾ ਆਪਣੀ ਮਰਜ਼ੀ ਦੇ ਮੁਤਾਬਕ ਚੱਲਦਾ ਉਹਦਾ ਜਿਹੜਾ ਰਾਹ ਚੁਣਿਆ ਹੋਇਆ ਹੋ ਸਕਦਾ ਗਲਤ ਹੋਵੇ, ਕਿਉਂਕਿ ਆਪਣੀ ਮਰਜ਼ੀ ਦਾ ਤਾਂ ਕੋਈ ਕੁਝ ਵੀ ਕਰ ਸਕਦਾ ਨਾ, ਆਜ਼ਾਦ ਹੈ ਮਨੁੱਖ। ਪਰ ਜੇਕਰ ਵਾਕਈ ਅੰਦਰ ਚਾਹਨਾ ਹੈ ਪਰਮਾਤਮਾ ਨੂੰ ਮਿਲਣ ਦੀ, ਉਹਦੇ ਵਿਛੋੜੇ ਦੀ, ਸਤਿਗੁਰੂ ਕਹਿੰਦੇ ਫਿਰ ਚੇਤਾ ਰੱਖੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕਹਿੰਦੇ ਬਾਹਰੀ ਸਰੀਰ ਦੀ ਪਵਿੱਤਰਤਾ ਰੱਖਣ ਦੇ ਨਾਲ ਤੇਰੇ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਬਾਹਰੀ ਪਵਿੱਤਰਤਾ ਰੱਖਣ ਦੇ ਨਾਲ ਤੇਰੇ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਉਦਾਹਰਨ ਦਿੱਤੀ ਬਾਣੀ ਵਿੱਚ ਬਾਖੂਬੀ ਕਿ ਮਨੁੱਖ ਨੂੰ ਸਮਝ ਆ ਸਕੇ ਵੀ ਅੰਦਰ ਤੇ ਬਾਹਰ ਦੀ ਗੱਲ ਕੀ ਹੈ। ਹੁਣ ਅੰਦਰ ਤੇ ਬਾਹਰ ਦੀ ਗੱਲ ਇਹ ਹੈ ਵੀ ਜੋ ਮਨੁੱਖ ਅੰਦਰੋਂ ਹੈ ਉਹ ਬਾਹਰੋਂ ਨਹੀਂ, ਜੋ ਬਾਹਰੋਂ ਦਿਸਦਾ ਉਹ ਅੰਦਰੋਂ ਨਹੀਂ। ਦੋਨੇ ਚੀਜ਼ਾਂ ਵਿੱਚ ਫਰਕ ਹੈ ਨਾ। ਇੱਕ ਪਾਸੇ ਸਿੱਕੇ ਦੇ ਇੱਕ ਲਿਖਿਆ ਹੁੰਦਾ, ਦੂਜੇ ਪਾਸੇ ਜਿਹੜਾ ਸ਼ੇਰ ਦਾ ਸਾਈਨ ਆ ਉਹ ਬਣਿਆ ਹੁੰਦਾ, ਜਿਹਨੂੰ ਹੈੱਡ ਤੇ ਟੇਲ ਕਿਹਾ ਜਾਂਦਾ। ਸਿੱਕਾ ਤਾਂ ਇੱਕ ਹੀ ਹੈ ਪਰ ਫਰਕ ਹੈ ਦੋਨੇ ਪਾਸਿਆਂ ਦੇ ਵਿੱਚ। ਹੁਣ ਕੀ ਕਹਿੰਦੇ, ਮਨੁੱਖ ਚਾਹੁੰਦਾ ਵੀ ਮੈਂ ਬਾਹਰੋਂ ਤਾਂ ਧਰਮੀ ਦਿਸਾਂ, ਅੰਦਰੋਂ ਕੁਕਰਮੀ ਰਵਾਂ। ਇੱਥੇ ਫਰਕ ਪੈ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ।
ਕਹਿੰਦੇ ਮਨੁੱਖ ਦੀ ਫਿਤਰਤ ਬਣ ਗਈ ਹੈ, ਰਹਿਤ ਤਾਂ ਸੀ ਵੀ ਅੰਦਰੋਂ ਵੀ ਇੱਕੋ ਜਿਹਾ ਤੇ ਬਾਹਰੋਂ ਵੀ ਇੱਕੋ ਜਿਹਾ। ਗੱਲ ਤੇ ਉਹਦੀ ਹੈ ਨਾ। ਹੁਣ ਬਾਬਾ ਫਰੀਦ ਪਾਤਸ਼ਾਹ ਜੀ ਵੀ ਕਹਿੰਦੇ, ਜਿਨ ਮਨ ਹੋਰ ਮੁਖ ਹੋਰ ਸਿਖਾਂਡੇ ਕੱਚੇ ਆ। ਕਹਿੰਦੇ ਕੱਚੇ ਕਹੇ ਜਾਣਗੇ ਜਿਹੜੇ ਅੰਦਰੋਂ ਕੁਝ ਹੋਰ ਨੇ, ਬਾਹਰੋਂ ਕੁਝ ਹੋਰ ਨੇ। ਮੂੰਹ ਮੈਂ ਰਾਮ ਬਗਲ ਮੇ ਛੁਰੀ ਦੀ ਗੱਲ ਹੈ। ਕਹਿੰਦੇ ਮੁੱਖ ਦੇ ਵਿੱਚ ਤਾਂ ਰਾਮ ਹੈ, ਪਰ ਅੰਦਰ ਛੁਰੀ ਹੈ, ਚਾਕੂ ਹੈ ਵੀ ਇਹਨੂੰ ਮਾਰ ਦੇਵਾਂ, ਪਰ ਮੁੱਖ ਤੋਂ ਮਿੱਠੀਆਂ ਗੱਲਾਂ ਨੇ। ਫਰਕ ਹੈ ਨਾ। ਹੁਣ ਕਹਿੰਦੇ ਮਨੁੱਖ ਚਾਹੁੰਦਾ ਵੀ ਬਾਹਰੋਂ ਤਾਂ ਮੈਂ ਸਾਫ਼ ਰਹਾਂ, ਪਵਿੱਤਰ ਰਹਾਂ, ਸੋਹਣਾ ਰਹਾਂ, ਪਰ ਜਿਹੜੀ ਮਨ ਦੀ ਪਵਿੱਤਰਤਾ ਉਹ ਹੈ ਨਹੀਂ, ਅੰਦਰ ਮੈਲ ਹੈ। ਸੂਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸੁੱਚੇ ਮਨੁੱਖ ਨਹੀਂ ਆਖੇ ਜਾ ਸਕਦੇ ਜਿਹੜੇ ਸਿਰਫ ਪਿੰਡਾ ਧੋ ਕੇ ਬਹਿ ਜਾਂਦੇ ਨੇ। ਪਿੰਡਾ ਧੋ ਕੇ ਬੈਠਣ ਦੇ ਨਾਲ ਕੋਈ ਇਹ ਨਹੀਂ ਵੀ ਸੁੱਚਾ ਹੋ ਗਿਆ। ਜਾਂ ਕਿਸੇ ਦੇ ਘਰ ਦੇ ਵਿੱਚ ਕਿੱਲਤ ਹੋ ਸਕਦੀ ਹੈ, ਗਰੀਬੀ ਹੋ ਸਕਦੀ ਹੈ, ਵੀ ਉਹਦੇ ਕੋਲੇ ਪਾਣੀ ਨਾ ਹੋਵੇ, ਉਹਦੇ ਕੋਲੇ ਪੀਣ ਵਾਲਾ ਪਾਣੀ ਬੜੀ ਮੁਸ਼ਕਲ ਨਾਲ ਮਿਲਦਾ ਹੋਵੇ ਉਹਨੂੰ ਵਿਚਾਰੇ ਨੂੰ, ਉਹ ਕਹੇ ਵੀ ਮੈਂ ਨਹਾ ਕੇ ਪਵਿੱਤਰ ਹੋ ਸਕਦਾ, ਫੇਰ ਹੀ ਮੈਂ ਗੁਰਦੁਆਰੇ, ਮੰਦਰ, ਮਸਜਿਦ, ਚਰਚ ਜਾ ਸਕਦਾ। ਫਿਰ ਤਾਂ ਉਹ ਪਹੁੰਚ ਗਿਆ ਨਾ, ਫਿਰ ਤਾਂ ਉਹ ਨਹਾਵੇਗਾ ਨਹੀਂ ਤੇ ਜਾਵੇਗਾ ਨਹੀਂ। ਤੇ ਇਹ ਵੀ ਹੋ ਸਕਦਾ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੱਡੇ ਵੱਡੇ ਪੂਲ ਬਣੇ ਹੋਏ ਨੇ, ਵੀ ਉਹਦੇ ਵਿੱਚ ਕੋਈ ਨਹਾ ਕੇ ਆਵੇ ਵੀ ਹਾਂ ਮੈਂ ਅੱਜ ਇਸ਼ਨਾਨ ਕਰਕੇ ਵੀ ਬਸ ਪਵਿੱਤਰ ਹੋ ਗਿਆ। ਦਿਨ ਦੇ ਵਿੱਚ ਲੋਕਾਂ ਨੂੰ ਲੁੱਟਦਾ ਜਾਵੇ ਤੇ ਸਵੇਰੇ ਸ਼ਾਮ ਨਹਾ ਕੇ ਧਾਰਮਿਕ ਸਥਾਨ 'ਤੇ ਜਾ ਕੇ ਇਹ ਦਰਸਾਵੇ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ। ਹੁਣ ਉਹ ਗਰੀਬ ਵਿਚਾਰਾ ਸੋਚੇਗਾ ਵੀ ਮੈਂ ਧਰਮੀ ਬਣ ਹੀ ਨਹੀਂ ਸਕਦਾ, ਵੀ ਧਰਮੀ ਤਾਂ ਇਹ ਆ ਵੀ ਨਹਾ ਕੇ ਗਿਆ। ਨਹੀਂ, ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿੰਡਾ ਧੋਣ ਦੇ ਨਾਲ ਕੋਈ ਪਵਿੱਤਰ ਨਹੀਂ ਹੁੰਦਾ। ਠੀਕ ਹੈ, ਬਿਮਾਰੀਆਂ ਤੋਂ ਬਚਣ ਦੇ ਲਈ, ਮਿੱਟੀ ਘੱਟੇ ਤੋਂ ਸੁਚੇਤ ਹੋਣ ਦੇ ਲਈ ਆਪਾਂ ਕੰਮ ਧੰਦਿਆਂ ਵਾਲੇ ਲੋਕ ਵੀ ਆਪਾਂ ਇਸ਼ਨਾਨ ਕਰਦੇ ਹਾਂ, ਤਾਂ ਕਿ ਇੱਕ ਤਾਂ ਜਿਹੜੀ ਅੰਦਰ ਸੁਸਤੀ ਆ ਉਹ ਲੈ ਜਾਵੇ, ਸਰੀਰ ਚੁਸਤ ਹੋ ਜਾਵੇ, ਫੁਰਤੀਲਾ ਹੋ ਜਾਵੇ। ਇੱਕ ਮਿੱਟੀ ਘੱਟਾ ਜਿਹੜਾ ਲੱਗਿਆ ਉਹ ਲੈ ਜਾਵੇ, ਤਾਂ ਕਿ ਕੋਈ ਚਮੜੀ ਦਾ ਰੋਗ ਨਾ ਬਣੇ। ਇਹ ਤਾਂ ਹੈ ਸਾਇੰਟੀਫਿਕ ਲੌਜਿਕ, ਸਾਇੰਸ ਵੀ ਪਿੰਡਾ ਧੋਣਾ, ਸੁਚੇਤ ਹੋ ਕੇ ਬੰਦਾ ਬਹਿੰਦਾ, ਦੋਨੇ ਚੀਜ਼ਾਂ ਨੇ। ਸਤਿਗੁਰੂ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਹਿੰਦੇ ਇਸ਼ਨਾਨ ਕਰ ਤੇ ਆਪਣੇ ਮਾਲਕ ਨੂੰ ਧਿਆ, ਸਿਮਰ ਕਰ। ਹੁਣ ਕਿੰਨੇ ਨੇ ਵੀ ਜਿਹੜੇ ਉੱਠਣ ਸਾਰ ਨਾਮ ਵੀ ਧਿਆਉਣ ਤੇ ਬਾਅਦ ਵਿੱਚ ਇਸ਼ਨਾਨ ਵੀ ਕਰਨ ਤੇ ਨਾਮ ਵੀ ਜਪਣ। ਬਹੁਤ ਥੋੜ੍ਹੇ ਆ ਨਾ। ਕਰਕੇ ਵੇਖਿਓ ਵੀ ਉਹ ਰੱਬ ਵੀ ਚੇਤੇ ਰਵੇ, ਮਾਲਕ ਵੀ ਸ਼ੁਕਰ ਹੈ ਦਾਤਾ ਤੂੰ ਰਹਿਮਤ ਕੀਤੀ ਹੈ, ਮੈਨੂੰ ਜਾਗ ਬਖਸ਼ੀ ਹੈ। ਹੋ ਸਕਦਾ ਮੈਂ ਸੁੱਤਾ ਪਿਆ ਸੀ ਤੇ ਉੱਠਦਾ ਹੀ ਨਾ, ਮੈਨੂੰ ਉਠਾਉਂਦੇ ਵੀ 10 ਜਾਣੇ ਫਿਰ ਵੀ ਨਾ ਉੱਠਦਾ ਮੈਂ, ਪਰ ਤੂੰ ਕਿਰਪਾ ਕੀਤੀ ਹੈ, ਮੈਂ ਉੱਠ ਖੜਿਆ ਹਾਂ। ਹੇ ਧੰਨ ਗੁਰੂ ਨਾਨਕ, ਤੂੰ ਇਹ ਸਵਾਸ ਨੇ ਜਿਹੜੇ ਅਕਾਲ ਪੁਰਖ ਦਾਤਾ ਜੀ ਬਖਸ਼ੇ ਨੇ, ਤੇ ਮੈਂ ਇਹਨਾਂ ਸਵਾਸਾਂ ਨੂੰ ਹੁਣ ਸਫਲਾ ਕਰਾਂਗਾ। ਕਿਉਂਕਿ ਗੱਲ ਤਾਂ ਹੈ ਨਾ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਇਸ ਕਰਕੇ ਜਿੰਨੇ ਸਵਾਸ ਨੇ ਬੰਦੇ, ਬੰਦਗੀ ਇਖਤਿਆਰ, ਸਿਰਫ ਬੰਦਗੀ ਦੇ ਵੱਲ ਧਿਆਨ ਦੇਈਏ। ਬੰਦਗੀ ਕੀ ਹੈ? ਬੰਦਗੀ ਇਹ ਤੇਰੇ ਜੀਵਨ ਦੇ ਵਿੱਚ ਹੋਣ ਵਾਲਾ ਹਰੇਕ ਕਾਰਜ ਪੂਰੀ ਇਮਾਨਦਾਰੀ ਦੇ ਨਾਲ ਹੋਵੇ, ਸੱਚਾਈ ਦੇ ਨਾਲ ਹੋਵੇ। ਤੇਰੇ ਅੰਦਰ ਝੂਠ, ਪਸਾਰਾ, ਜਾਂ ਇਹ ਕਹਿ ਲਓ ਵੀ ਜਿਹੜਾ ਅੰਦਰ ਕਪਟ ਹੈ, ਵਿਕਾਰ ਹੈ, ਉਹ ਨਾ ਹੋ। ਕੋਸ਼ਿਸ਼ ਕਰੀਏ ਉਹਨਾਂ ਨੂੰ ਦੂਰ ਕਰਨ। ਨਹੀਂ ਤੇ ਸਤਿਗੁਰੂ ਕਹਿੰਦੇ ਵੀ ਬਾਹਰੋਂ ਕੁਛ ਹੋਰ ਤੇ ਅੰਦਰੋਂ ਕੁਛ ਹੋਰ, ਇੱਦਾਂ ਕੰਮ ਨਹੀਂ ਚੱਲਣਾ। ਜ਼ਿੰਦਗੀ, ਜੀਵਨ ਹੈ ਜਿਹੜਾ, ਸਵਾਸ ਨੇ, ਇਹ ਵਿਅਰਥੇ ਜਾ ਰਹੇ ਨੇ। ਪਹਿਲੇ ਹੀ ਬੜੇ ਲੰਮੇ ਸਮੇਂ ਬਾਅਦ ਇਹ ਦੇਹੀ ਪ੍ਰਾਪਤ ਹੋਈ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ। ਜਗਦੀਸ਼ ਜਗਤ ਦਾ ਈਸ਼, ਜਗਤ ਨੂੰ ਬਣਾਉਣ ਵਾਲਾ ਉਹ ਕੌਣ ਹੈ? ਇਹ ਦੇਖੋ
ਇਹ ਵੀ ਨਾ ਅੱਜ ਕੱਲ੍ਹ ਬਹੁਤ ਜ਼ਿਆਦਾ ਦੁਬਿਧਾ ਪਾਈ ਜਾ ਰਹੀ ਹੈ ਜਾਂ ਪੈ ਰਹੀ ਹੈ। ਹੋ ਸਕਦਾ ਵੀ ਜਿਹੜਾ ਮੇਰੇ ਵਰਗਾ ਕੋਈ ਬੋਲਣ ਵਾਲਾ ਨਾ, ਜਾਂ ਕੋਈ ਵਿਦਵਾਨ ਲਿਖਣ ਵਾਲਾ, ਅਰਥ ਕਰਨ ਵਾਲਾ, ਉਹ ਆਪਣੀ ਮੱਤ ਦੇ ਮੁਤਾਬਕ ਕਰ ਜਾਵੇ। ਪਰ ਸੋਚ ਕੇ ਵੇਖਿਓ, ਇੱਕ ਫਲ ਲਿਓ, ਜਦੋਂ ਫਲ ਨੂੰ ਖਾਵੋਗੇ ਨਾ ਤਾਂ ਉਹ ਅਗਲੇ ਦੰਦਾਂ ਦੇ ਨਾਲ ਦੰਦੀ ਵੱਢੀ ਜਾਵੇਗੀ। ਉਹਨੇ ਦੰਦ ਸੂਏ, ਕਿਸੇ ਚੀਜ਼ ਨੂੰ ਤੋੜਨ ਦੇ ਲਈ। ਫਿਰ ਪਿਛਲੇ ਦੰਦ ਨੇ ਜਿਹੜੀਆਂ ਜੜ੍ਹਾਂ ਉਹ ਚੌੜੀਆਂ ਕਰ ਦਿੱਤੀਆਂ ਤਾਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਚਬਾਇਆ ਜਾ ਸਕੇ, ਚਿੱਥਿਆ ਜਾ ਸਕੇ। ਫਿਰ ਉਹ ਜ਼ੁਬਾਨ ਦੇ ਨਾਲ ਹੀ ਦੇਖੋ ਇੱਧਰ ਉੱਧਰ ਆਪਾਂ ਕਰ ਲੈਂਦੇ ਹਾਂ ਬੁਰਕੀ ਨੂੰ ਜਾਂ ਫਲ ਦੀ ਦੰਦੀ ਵੱਢੀ ਨੂੰ, ਅਤੇ ਫਿਰ ਉਸ ਨੂੰ ਅੰਦਰ ਲੰਘਾਉਣਿਆ ਨਿਗਲਿਆ ਹੋਇਆ। ਫਿਰ ਨਿਗਲਿਆ ਹੋਇਆ ਜਿਹੜਾ ਚਿੱਥਿਆ ਹੋਇਆ ਚੰਗੀ ਤਰ੍ਹਾਂ ਉਹਨੂੰ ਨਿਗਲ ਲਿਆ, ਉਹ ਨਿਗਲਿਆ ਹੋਇਆ ਅੰਦਰ ਜਾ ਕੇ ਬਰੀਕ ਹੋਇਆ ਵਾ, ਅੱਗੇ ਫਿਰ ਮਸ਼ੀਨਾਂ ਨੇ ਸਰੀਰ ਦੇ ਵਿੱਚ। ਹੁਣ ਜੇਕਰ ਪਰਮਾਤਮਾ ਨੂੰ ਕਿਸੇ ਨੇ ਯਾਦ ਹੀ ਕਰਨਾ ਨਾ, ਉਹ ਇੱਦਾਂ ਵੀ ਕਰ ਸਕਦਾ ਆਪਣੇ ਵੱਲ, ਆਪਣੇ ਆਪ ਦੇ ਵਿੱਚ। ਕਿਉਂਕਿ ਖੋਜਣਾ ਆਪਣੇ ਆਪ ਨੂੰ ਸੀ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਪਰ ਆਪਣੇ ਆਪ ਨੂੰ ਘੱਟ ਖੋਜਿਆ ਅਸੀਂ, ਬਾਹਰੋਂ ਬਹੁਤ ਖੋਜਿਆ। ਅਤੇ ਬਾਹਰੋਂ ਖੋਜਣ ਵਾਲਿਆਂ ਨੂੰ ਪਾਤਸ਼ਾਹ ਜੀ ਕਹਿੰਦੇ ਕਾਹੇ ਰੇ ਬਣ ਖੋਜਣ ਜਾਈ। ਆਪਣੇ ਆਪ ਨੂੰ ਛੱਡ ਕੇ ਬਾਹਰੋਂ ਖੋਜੇਗਾ, ਕਹਿੰਦੇ ਕੁਛ ਨਹੀਂ ਮਿਲਣਾ। ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਤਾਂ ਹਰ ਜਗ੍ਹਾ ਦੇ ਵਿੱਚ ਹੈ, ਕਣ ਕਣ ਦੇ ਵਿੱਚ ਆ, ਮੇਰੇ ਵਿੱਚ ਵੀ ਆ, ਤੇਰੇ। ਅਸਲ ਦੇ ਵਿੱਚ ਨਾ ਜਦੋਂ ਇਹ ਸਮਝ ਆ ਗਈ ਵੀ ਉਹ ਸਭਨਾਂ ਦੇ ਵਿੱਚ ਹੈ, ਫਿਰ ਬੈਰ ਵਿਰੋਧ ਈਰਖਾ, ਇੱਕ ਦੂਜੇ ਨੂੰ ਨੀਵਾਂ ਦਿਖਾਉਣਾ, ਇਹ ਖਤਮ ਹੋ ਜਾਵੇਗਾ। ਇਹ ਖਤਮ ਹੋ ਜਾਵੇ। ਫਿਰ ਉੱਥੇ ਈਰਖਾ ਨਹੀਂ। ਫਿਰ ਸਤਿਗੁਰ ਅੰਦਰੋਂ ਨਿਰਵੈਰ ਹੈ, ਇਹ ਪੜ੍ਹਿਆ ਹੋਇਆ ਤੇਰੇ 'ਤੇ ਲਾਗੂ ਹੋ ਜਾਵੇ ਕਿ ਸਤਿਗੁਰ ਤਾਂ ਅੰਦਰੋਂ ਨਿਰਵੈਰ ਹੈ, ਉਹਦੇ ਨਾਲ ਤਾਂ ਵੈਰ ਹੀ ਕਿਸੇ ਦਾ ਨਹੀਂ। ਕੋਈ ਉਹਨੂੰ ਜਪੇ ਨਾ ਜਪੇ, ਕੋਈ ਉਹਨੂੰ ਮੰਨੇ ਨਾ ਮੰਨੇ, ਪਰ ਹੈ ਤਾਂ ਉਹ ਸੱਚ ਨਾ। ਇਸੇ ਕਰਕੇ ਗੁਰੂ ਸਾਹਿਬ ਨੇ ਸਪਸ਼ਟ ਪਹਿਲਾਂ ਹੀ ਕਰ ਦਿੱਤਾ ਵੀ ਉਹ ਸਤਨਾਮ ਹੈ। ਇੱਕ ਓਅੰਕਾਰ ਸਤਨਾਮ। ਸਤਨਾਮ ਦਾ ਅਰਥ ਹੈ ਪਰਮਾਤਮਾ ਦੀ ਹਸਤੀ ਹਮੇਸ਼ਾ ਸਦੀਵੀ ਹੈ, ਜਿਹੜੀ ਕਦੇ ਖਤਮ ਨਹੀਂ ਹੁੰਦੀ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸਦਾ ਸਦੀਵ ਹੈ। ਜਦੋਂ ਅਸੀਂ ਨਹੀਂ ਸੀ ਉਹ ਉਦੋਂ ਵੀ ਸੱਚ ਸੀ, ਜਦੋਂ ਸ੍ਰਿਸ਼ਟੀ ਨਹੀਂ ਸੀ ਉਹ ਉਦੋਂ ਵੀ ਸੱਚ ਸੀ। ਜੇਕਰ ਅੱਜ ਅਸੀਂ ਹਾਂ, ਸ੍ਰਿਸ਼ਟੀ ਹੈ ਤਾਂ ਅੱਜ ਵੀ ਸੱਚ ਹੈ। ਕੱਲ੍ਹ ਨੂੰ ਅਸੀਂ ਨਹੀਂ ਰਹਾਂਗੇ, ਸ੍ਰਿਸ਼ਟੀ ਵੀ ਨਹੀਂ ਰਹੇਗੀ, ਫਿਰ ਵੀ ਉਹ ਸੱਚ ਹੈ। ਕਿਉਂਕਿ ਉਹ ਤਾਂ ਆਪ ਹੀ ਐਡੀ ਸ਼ਕਤੀ ਦਾ, ਕਾਇਨਾਤ ਦਾ ਮਾਲਕ ਹੈ, ਜਿਹੜਾ ਇਸ ਧਰਤੀ ਨੂੰ ਸਮੇਟ ਸਕਦਾ ਅਤੇ ਬਣਾ ਸਕਦਾ, ਉਹਦੇ ਹੱਥ ਵਿੱਚ ਹੈ। ਕਿਉਂਕਿ ਪੈਦਾ ਕਰਨ ਵਾਲਾ ਵੀ ਉਹ ਹੈ, ਖਤਮ ਕਰਨ ਵਾਲਾ ਵੀ ਉਹ, ਉਹਦੀ ਮਰਜ਼ੀ ਹੈ ਨਾ। ਇੱਕ ਬੱਚੇ ਦੀ ਉਦਾਹਰਨ ਵੀ ਦਿੱਤੀ ਹੈ ਵਿਦਵਾਨਾਂ ਨੇ। ਕਹਿੰਦੇ ਇੱਕ ਬੱਚਾ ਆਪ ਹੀ ਪੈਰ ਉੱਤੇ ਮਿੱਟੀ ਲਾ ਕੇ ਅਤੇ ਉਹਦੇ ਆਸੇ ਪਾਸੇ ਛੋਟੀਆਂ ਕੰਧਾਂ ਜਿਹੀਆਂ ਬਣਾ ਕੇ ਗੇਟ ਬਣਾ ਦਿੰਦਾ, ਸਾਰਾ ਕੁਝ ਕਰ ਦਿੰਦਾ। ਪਰ ਉਹ ਖੇਡੀ ਜਾਂਦਾ, ਖੇਡਦਾ ਸਮਾਂ ਐਸਾ ਆਉਂਦਾ, ਘੰਟੇ 2 ਘੰਟਿਆਂ ਬਾਅਦ ਉਹ ਸਾਰਾ ਕੁਝ ਢਾਹ ਦਿੰਦਾ। ਇੱਦਾਂ ਹੀ ਹੁੰਦਾ ਨਾ ਵੀ ਉਹਨੇ ਬਣਾਇਆ ਵੀ ਆਪ ਅਤੇ ਉਹ ਢਾਹ ਵੀ ਆਪ ਰਿਹਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਉਸ ਮਾਲਕ ਨੇ ਆਪ ਹੀ ਪਸਾਰਾ ਕੀਤਾ। ਦੋਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਉਹ ਸ੍ਰਿਸ਼ਟੀ ਦੇ ਰਚਨਹਾਰ ਹੈ। ਉਹ ਰਚਨਹਾਰਾ ਇੱਦਾਂ ਦਾ ਵੀ ਸ੍ਰਿਸ਼ਟੀ ਨੂੰ ਬਣਾ ਕੇ ਇਹਦੇ ਵਿੱਚ ਹੁਕਮ ਹੋ ਕੇ ਬਹਿ ਗਿਆ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ। ਉਹਦੇ ਹੁਕਮ ਦੇ ਵਿੱਚ ਪਸਾਰਾ ਚੱਲ ਰਿਹਾ। ਸਤਿਗੁਰੂ ਅੱਗੇ ਕਹਿੰਦੇ ਮਨੁੱਖ ਸੋਚਦਾ ਵੀ ਮੈਂ ਲਗਾਤਾਰ ਸਮਾਧੀ ਲਾ ਕੇ ਬੈਠਾ ਰਹਾਂ ਤਾਂ ਮੇਰੇ ਅੰਦਰ ਦੀ ਸ਼ਾਂਤੀ ਹੋ ਸਕਦੀ ਹੈ, ਫਿਰ ਹੀ ਟਿਕਾ ਹੋ ਸਕਦਾ। ਪਰ ਸਤਿਗੁਰੂ ਕਹਿੰਦੇ ਨਹੀਂ, ਕਹਿੰਦੇ ਲਗਾਤਾਰ ਸਮਾਧੀ ਲਾ ਕੇ ਬੈਠਣ ਦੇ ਨਾਲ ਵੀ ਤੇਰੇ ਅੰਦਰ ਦੀ ਸ਼ਾਂਤੀ ਨਹੀਂ ਹੋ ਸਕਦੀ। ਇਹ ਤੇਰੇ ਅੰਦਰ ਇੱਕ ਭੁਲੇਖਾ ਹੈ,
ਪਹਿਲਾਂ ਕਹਿੰਦਾ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪਿਆਂ ਚੁੱਪ ਨਾ ਹੋਵੇ। ਕਹਿੰਦੇ ਚੁੱਪ ਨਹੀਂ ਨਾ, ਚੁੱਪ ਰਹਿਣ ਦੇ ਨਾਲ ਤੇਰੇ ਅੰਦਰ ਚੁੱਪ ਨਹੀਂ ਹੋ ਸਕਦੀ। ਜੇ ਲਾਏ ਰਹਾਂ ਲਿਵ ਤਾਰ, ਇੱਕ ਤਾਰ ਲਗਾਤਾਰ ਮੈਂ ਸਮਾਧੀ ਲਾ ਕੇ ਬੈਠਾ ਰਹਾਂ, ਬਿਲਕੁਲ ਹਿੱਲਾਂ ਹੀ ਨਾ। ਖਬਰਾਂ ਦੇ ਵਿੱਚ ਨਾ ਇੱਕ ਵਾਰ ਖਬਰ ਆਈ ਵੀ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਇੱਕ ਖੁਦਾਈ ਚੱਲ ਰਹੀ ਸੀ। ਉਸ ਖੁਦਾਈ ਦੇ ਦੌਰਾਨ, ਭਾਵ ਕਿ ਜਿਹੜੀ ਪਹਾੜੀ ਨੂੰ ਪੱਟ ਰਹੇ ਸੀ, ਉਹਦੇ ਦੌਰਾਨ ਇੱਕ ਕੰਕਾਲ ਮਿਲਿਆ। ਉਹ ਕੰਕਾਲ ਕਹਿੰਦੇ ਇੱਕ ਮਨੁੱਖ ਦਾ ਸੀ ਵੀ ਜਿਹੜਾ ਬਿਲਕੁਲ ਸਿੱਧਾ ਬੈਠਾ ਹੋਇਆ ਸੀ, ਚੌਂਕੜੀ ਮਾਰ ਕੇ। ਆਮ ਸੀ ਵੀ ਜਿਹੜੇ ਰਿਸ਼ੀ ਮੁਨੀ ਜਾਂ ਸਾਧੂ ਬਣ ਜਾਂਦੇ ਨੇ ਉਹ ਪਹਾੜਾਂ ਵਿੱਚ ਨੂੰ ਜਾਂਦੇ ਨੇ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਨਾ, ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਵੀ ਸਿੱਧ ਤਾਂ ਪਰਬਤਾਂ ਦੇ ਵਿੱਚ ਛਪ ਕੇ ਬੈਠ ਗਏ, ਲੁਕ ਕੇ ਬੈਠ ਗਏ, ਵੀ ਦਿਸਣਾ ਹੀ ਨਹੀਂ ਕਿਸੇ ਨੂੰ। ਹੁਣ ਜੇ ਬੰਦਾ ਇੱਥੇ ਸਾਹਮਣੇ ਬੈਠਾ, ਸਾਹਮਣੇ ਦਿਸਦਾ, ਘੱਟੋ ਘੱਟ ਬੰਦਾ ਹਿੱਲੂ ਜਿੱਲੂ ਪਤਾ ਤਾਂ ਲੱਗੂ ਨਾ। ਉਹ ਉੱਥੇ ਬੈਠਾ ਹੀ ਮਰ ਗਿਆ, ਆਕੜ ਗਿਆ। ਉਹ ਬਾਅਦ 'ਚੋਂ ਪਤਾ ਲੱਗਾ ਵੀ ਕੰਕਾਲ ਮਿਲਿਆ। ਭਾਵ ਕਿ ਲੋਕ ਇਹ ਸੋਚਦੇ ਸੀ, ਅੰਦਰ ਇੱਕ ਧਾਰਨਾ ਸੀ ਵੀ ਲਗਾਤਾਰ ਟਿਕ ਕੇ ਬੈਠ ਕੇ, ਸਾਰੇ ਕੰਮ ਧੰਦੇ ਛੱਡ ਕੇ, ਪਰਿਵਾਰ ਛੱਡ ਕੇ, ਸੰਸਾਰ ਛੱਡ ਕੇ, ਵੀ ਮੈਂ ਲਗਾਤਾਰ ਸਮਾਧੀ ਲਾ ਕੇ ਬੈਠ ਜਾਵਾਂ। ਪਰ ਗੁਰੂ ਸਾਹਿਬ ਕਹਿੰਦੇ ਹੁਣ ਬਾਹਰੋਂ ਤਾਂ ਮੂੰਹ ਚੁੱਪ ਕਰ ਲਿਆ, ਪਰ ਅੰਦਰ ਤਾਂ ਹਲਚਲ ਉਹੀ ਹੈ ਨਾ, ਅੰਦਰ ਤਾਂ ਉਹੀ ਕੁਛ ਚੱਲ ਰਿਹਾ। ਕਹਿੰਦੇ ਬਾਹਰੋਂ ਚੁੱਪ ਹੋਣ ਦੇ ਨਾਲ ਅੰਦਰੋਂ ਚੁੱਪ ਨਹੀਂ ਹੁੰਦਾ। ਆਪਾਂ ਆਮ ਜਾਂਦੇ ਹਾਂ ਸਮਾਗਮਾਂ 'ਤੇ, ਇੱਥੇ ਵੀ ਆਏ ਹਾਂ, ਬਹੁਤਿਆਂ ਨੇ ਫੋਨ ਆਪਣੇ ਜਾਂ ਤਾਂ ਬੰਦ ਕੀਤੇ ਹੋਣਗੇ ਜਾਂ ਸਾਈਲੈਂਟ ਮੂਡ 'ਤੇ ਲਾਇਆ ਹੋਵੇ। ਕਿਉਂ? ਵੀ ਰਿੰਗ ਵੱਜ ਕੇ ਦੂਜਿਆਂ ਨੂੰ ਡਿਸਟਰਬੇਸ਼ਨ ਨਾ ਹੋਵੇ, ਮਾਹੌਲ ਖ਼ਰਾਬ ਨਾ ਹੋਵੇ, ਵੀ ਰਿੰਗ ਵੱਜ ਗਈ, ਆਵਾਜ਼ ਆ ਗਈ। ਪਰ ਹੁਣ ਆਵਾਜ਼ ਤਾਂ ਉਹਦੀ ਬੰਦ ਕਰ ਦਿੱਤੀ ਫੋਨ ਦੀ, ਪਰ ਅੰਦਰ ਤਾਂ ਉਹਦੇ ਸਾਰਾ ਕੁਝ ਚੱਲ ਰਿਹਾ ਨਾ। ਫੋਨ ਵੀ ਆ ਰਿਹਾ, ਮੈਸੇਜ ਵੀ ਆ ਰਿਹਾ, ਸਾਰਾ ਪ੍ਰਕਿਰਿਆ ਚੱਲ ਰਹੀ ਆ ਉਹਦੀ। ਇੱਕ ਤਾਂ ਹੈ ਵੀ ਜਮਾਂ ਹੀ ਸੁੱਚ ਬੰਦ ਕਰਤੀ, ਉਹ ਤਾਂ ਕੰਮ ਹੀ ਖਤਮ ਹੋ ਗਿਆ, ਨਿਬੜ ਗਿਆ, ਵੀ ਇਹਦੇ ਵਿੱਚ ਨਾ ਕੁਛ ਆਵੇ ਨਾ ਜਾਵੇ। ਹੁਣ ਇੱਕ ਹੈ ਵੀ ਉਹਨੂੰ ਸਿਰਫ ਆਵਾਜ਼ ਬੰਦ ਕਰ ਦਿੱਤੀ, ਵੀ ਸਪੀਕਰ ਦੀ ਆਵਾਜ਼ ਨਾ ਬਾਹਰ ਆਵੇ, ਅਤੇ ਉਹ ਕੀ ਹੋ ਗਿਆ, ਅੰਦਰੇ ਅੰਦਰ ਰਹਿ ਗਿਆ, ਵਿੱਚੇ ਵਿੱਚ। ਹੁਣ ਸਤਿਗੁਰੂ ਨੇ ਇਹ ਗੱਲ ਬਹੁਤ ਸਮਾਂ ਪਹਿਲਾਂ ਹੀ ਦੱਸ ਦਿੱਤੀ ਵੀ ਭਾਈ ਮਨੁੱਖ ਕਈ ਇੱਦਾਂ ਚਾਹੁੰਦੇ ਨੇ ਵੀ ਬਾਹਰੋਂ ਤਾਂ ਚੁੱਪ ਹੋ ਜਾਈਏ ਅਤੇ ਅੰਦਰ ਚੱਲੀ ਜਾਵੇ। ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਵੀ ਤੁਸੀਂ ਗਲਤ ਹੋ ਭਾਈ, ਇੱਦਾਂ ਨਹੀਂ ਚੱਲਣਾ ਕੰਮ। ਕਿਉਂਕਿ ਸੱਚਾ ਧਰਮੀ ਜਾਂ ਧਰਮ ਦੇ ਰਾਹ 'ਤੇ ਚੱਲਣ ਵਾਲਾ ਸੱਚਾ ਉਹ ਹੈ ਜਿਹੜਾ ਹੋ ਰਹੇ ਧੱਕੇ ਦੇ ਖਿਲਾਫ ਆਵਾਜ਼ ਉਠਾਵੇ, ਜਿਹੜਾ ਹੋ ਰਹੇ ਧੱਕੇ ਦੇ ਖਿਲਾਫ, ਬੇਇਨਸਾਫੀ ਦੇ ਖਿਲਾਫ, ਲੁੱਟ ਖੋਹ ਦੇ ਖਿਲਾਫ ਆਵਾਜ਼ ਉਠਾਵੇ। ਇੱਕ ਇਤਿਹਾਸ ਦੀ ਘਟਨਾ ਤੁਹਾਨੂੰ ਸੌਖਿਆਂ ਸਮਝ ਆ ਜਾਵੇਗਾ ਵੀ ਧਰਮੀ ਕੀ ਹੁੰਦਾ, ਕਿਹੋ ਜਿਹਾ ਹੁੰਦਾ, ਧਰਮੀ ਦਾ ਜੀਵਨ ਕਿੰਨਾ ਕੁ ਲੋਕਾਂ ਦੇ ਲਈ ਸਿੱਖਿਆਦਾਇਕ ਬਣਦਾ। ਅੰਗਰੇਜ਼ਾਂ ਦੇ ਸਮੇਂ ਕਚਹਿਰੀ ਦੇ ਵਿੱਚ, ਕੋਰਟ ਦੇ ਵਿੱਚ ਕਹਿ ਲਓ ਵੀ ਜਦੋਂ ਕਾਨੂੰਨ ਬਣਿਆ ਤਾਂ ਇੱਕ ਕੇਸ ਆਇਆ, ਮੁਕੱਦਮਾ ਚੱਲਿਆ ਕਿਸੇ 'ਤੇ। ਹੁਣ ਉੱਥੇ ਵਕੀਲ ਉਹਦਾ ਵੀ ਪੱਖ ਰੱਖਦੇ ਆ, ਝੂਠੇ ਦਾ ਵੀ ਸੱਚੇ ਦਾ ਵੀ, ਦੋਨਾਂ ਪਾਸੋਂ ਵਕੀਲ ਹੁੰਦੇ ਨੇ। ਪਰ ਪਤਾ ਵਕੀਲਾਂ ਨੂੰ ਵੀ ਨਹੀਂ ਹੁੰਦਾ ਵੀ ਸੱਚਾ ਝੂਠਾ ਕੌਣ ਹੈ। ਜੇ ਪਤਾ ਵੀ ਲੱਗ ਜਾਵੇ ਫਿਰ ਇਹ ਹੁੰਦਾ ਵੀ ਪੈਸੇ ਲਿਆ ਭਾਈ ਜਿੰਨੇ ਮਰਜ਼ੀ ਦੇ, ਤੈਨੂੰ ਬਚਾ ਲੂੰ ਮੈਂ, ਕਿਵੇਂ ਬਚਾਵਾਂ। ਇਹ ਵੀ ਹੁੰਦਾ ਨਾ, ਮਾਨਸੋਂ ਕੇ ਦੀਵਾਨੋਂ ਕੋਈ ਭੱਜ ਨਸ ਨਿਕਲੈ, ਹਰ ਦੀਵਾਨੋਂ ਕਿੱਥੇ ਜਾਏ। ਮਨੁੱਖ ਦੀ ਕਚਹਿਰੀ 'ਚੋਂ ਕੋਈ ਭੱਜ ਸਕਦਾ? ਝੂਠੇ ਗਵਾਹ ਬਣਾ ਕੇ, ਜਿਹੜੇ ਸੱਚੇ ਗਵਾਹ ਨੇ ਉਹਨਾਂ ਨੂੰ ਮੁਕਰਾ ਕੇ, ਡਰਾ ਧਮਕਾ ਕੇ, ਜੱਜ ਵੀ ਧਮਕਾਇਆ ਜਾ ਸਕਦਾ, ਡਰਾਇਆ ਜਾ ਸਕਦਾ, ਅਤੇ ਉਹ ਜਿਹੜੇ ਕੇਸ ਨੇ ਉਹ ਖਤਮ ਹੋ ਜਾਂਦੇ ਨੇ, ਸੱਚਾ ਫਸ ਜਾਂਦਾ, ਝੂਠਾ ਬਚ ਜਾਂਦਾ। ਇੱਦਾਂ ਵੀ ਹੁੰਦਾ ਰਿਹਾ। ਸੋ ਖੈਰ, ਕਹਿੰਦੇ ਅੰਗਰੇਜ਼ ਜੱਜ ਆਪਣੇ ਘਰ ਦੇ ਵਿੱਚ ਤੁਰਿਆ ਫਿਰਦਾ ਵਿਹੜੇ ਵਿੱਚ, ਅਤੇ ਬੜਾ ਚਿੰਤਾ ਦੇ ਵਿੱਚ ਹੈ। ਉਹਨੂੰ ਘਰ ਵਾਲੀ ਵੀ ਪੁੱਛਦੀ ਹੈ ਵੀ ਦੱਸੋ ਤਾਂ ਸਹੀ ਵੀ ਹੋਇਆ ਕੀ, ਵੀ ਭਾਈ ਐਡੀ ਚਿੰਤਾ ਕਾਹਦੀ ਹੈ, ਐਡਾ ਡਿਪਰੈਸ਼ਨ ਕਾਹਦਾ ਏ, ਵੀ ਜਿਹੜਾ ਤੁਸੀਂ ਕੁਝ ਬੋਲ ਹੀ ਨਹੀਂ ਰਹੇ, ਗਹਿਰੀ ਚਿੰਤਾ ਵਿੱਚੋਂ, ਫਿਕਰ ਵਿੱਚੋਂ। ਉਹ ਕਹਿੰਦੇ ਵੀ ਮੈਂ ਫਿਕਰ ਇਹ ਕਰਦਾ ਵੀ ਮੈਂ ਜੱਜ ਬਣਿਆ, ਮੈਂ ਅੱਜ ਤੱਕ ਆਪਣੇ 'ਤੇ ਕੋਈ ਦਾਗ ਨਹੀਂ ਲੱਗਣ ਦਿੱਤਾ, ਨਾ ਰਿਸ਼ਵਤ ਦਾ, ਨਾ ਫੈਸਲੇ ਦਾ ਵੀ ਫੈਸਲਾ ਇਹਨੇ ਗਲਤ ਕੀਤਾ।
ਵੀ ਮੈਨੂੰ ਇਹ ਸਮਝ ਨਹੀਂ ਆ ਰਹੀ, ਇਹ ਕੇਸ ਇੰਨਾ ਕੁ ਉਲਝ ਚੁੱਕਿਆ ਵੀ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਤੇ ਉਹਦੇ ਘਰ ਦੀ ਵੀ ਇਹ ਚਿੰਤਾ 'ਚ ਪੈ ਗਈ ਵੀ ਵਾਕਈ ਸਹੀ ਗੱਲ ਹੈ ਫਿਰ। ਤਾਂ ਉਹਨੂੰ ਇੱਕ ਸੱਜਣ ਮਿਲਿਆ, ਉਹ ਕਹਿੰਦਾ ਵੀ ਇੱਕ ਕੰਮ ਕਰ, ਤੂੰ ਸੱਚ ਝੂਠ ਦਾ ਨਿਸਤਾਰਾ ਕਰਾਉਣਾ ਨਾ, ਤੇ ਕਹਿੰਦੇ ਵੀ ਗਵਾਹੀਆਂ ਹੋ ਚੁੱਕੀਆਂ ਸਾਰੀਆਂ ਵੀ ਸਜ਼ਾ ਤੇ ਆ, ਵੀ ਮੈਂ ਸਜ਼ਾ ਸੁਣਾਉਣੀ ਹੈ ਕੱਲ੍ਹ ਨੂੰ। ਉਹ ਕਹਿੰਦੇ ਇੱਦਾਂ ਕਰ ਵੀ ਜਿਸ ਕੇਸ ਦੇ ਵੱਲ, ਜਿਸ ਮਨੁੱਖ ਦੇ ਵੱਲ ਸੱਚ ਝੂਠ ਦੇ ਵਿੱਚੋਂ ਜਿਹਦੇ ਵੱਲ ਕਹਿੰਦੇ ਸਿੱਖ ਖੜ ਗਿਆ ਨਾ, ਸਿੱਖ ਗਵਾਹੀ ਦੇ ਗਿਆ, ਉਹ ਸੱਚ ਹੈ। ਕਹਿੰਦੇ ਵੀ ਸਿੱਖ ਕਦੇ ਵੀ ਆਪਣੇ ਜੀਵਨ ਦੇ ਵਿੱਚ ਝੂਠ ਨਹੀਂ ਬੋਲਦਾ। ਕਿੱਡੀ ਵੱਡੀ ਗੱਲ ਹੈ। ਤੇ ਸੱਚ ਜਾਣਿਓ, ਲਿਖਤਾਂ ਪਈਆਂ ਬਕਾਇਦਾ ਅੱਜ ਵੀ। ਕਹਿੰਦੇ ਉਹ ਜੱਜ ਨੇ ਨਾ ਫਿਰ ਗਵਾਹੀਆਂ ਮੰਗੀਆਂ, ਤੇ ਗਵਾਹੀਆਂ ਦੇ ਵਿੱਚ ਇਹ ਫੈਸਲਾ ਦਿੱਤਾ ਵੀ ਕੋਈ ਸਿੱਖ ਆਵੇ ਵੀ ਉਹ ਇਹਨਾਂ ਦਾ ਮੁਕੱਦਮਾ ਸੁਣੇ ਤੇ ਉਹ ਗਵਾਹੀ ਦੇਵੇ ਵੀ ਕੌਣ ਸੱਚਾ ਕੌਣ ਝੂਠਾ। ਜਾਂ ਕਹਿੰਦੇ ਇਹਦੀ ਜਿੱਥੇ ਘਟਨਾ ਹੋਈ ਹੈ ਉੱਥੇ ਸਿੱਖ ਵੱਸਦੇ ਨੇ, ਉਹਨਾਂ 'ਚੋਂ ਲੈ ਕੇ ਆਓ ਵੀ ਫਿਰ ਮੈਂ ਫੈਸਲਾ ਕਰ ਸਕਦਾ। ਸਿੱਖ ਬੁਲਾਇਆ ਗਿਆ, ਸਿੱਖ ਤੋਂ ਗਵਾਹੀ ਲਿਖੀ ਗਈ। ਉਹ ਗਵਾਹੀ ਲਿਖ ਕੇ ਇੱਕ ਪਾਸੇ 10 ਗਵਾਹੀਆਂ ਨੇ, ਇੱਕ ਪਾਸੇ ਇੱਕ ਗਵਾਹੀ ਹੈ ਇਕੱਲੇ ਸਿੱਖ ਦੀ। ਉਹ 'ਤੇ ਲਿਖਿਆ ਗਿਆ ਵੀ ਨਾਨਕ ਦਾ ਸਿੱਖ। ਇਹ ਗਵਾਹੀ ਭਰੀ ਗਈ, ਨਾਨਕ ਦਾ ਸਿੱਖ। ਤੇ ਉਹ ਜੱਜ ਨੇ ਫੈਸਲਾ ਦੇ ਦਿੱਤਾ, ਫੈਸਲਾ ਸੁਣਾਇਆ। ਜੱਜ ਬਹੁਤ ਖੁਸ਼ ਹੋਇਆ ਵੀ ਮੈਂ ਇੱਕ ਬੜੀ ਗਹਿਰੀ ਚਿੰਤਾ ਵਿੱਚ ਸੀ, ਮੈਥੋਂ ਬੇਦੋਸ਼ਾ ਸਜ਼ਾ ਦਿੱਤੀ ਜਾਣੀ ਸੀ। ਕਹਿੰਦੇ ਪਰ ਵੀ ਤੂੰ ਸੱਚ ਬੋਲਦਾ, ਇਹ ਮੈਂ ਸਾਰੀ ਦੁਨੀਆ ਦੇ ਵਿੱਚੋਂ ਪਤਾ ਕਰ ਲਿਆ, ਆਸੇ ਪਾਸੇ ਰਹਿੰਦੇ ਲੋਕਾਂ ਦੇ ਵਿੱਚੋਂ ਮੈਂ ਤੁਹਾਡੀ ਹਿਸਟਰੀ ਪੜ੍ਹ ਲਈ ਹੈ ਵੀ ਨਾਨਕ ਦਾ ਸਿੱਖ ਕਦੇ ਝੂਠਾ ਨਹੀਂ ਹੋ ਸਕਦਾ, ਉਹ ਸੱਚਾ ਹੈ, ਹਮੇਸ਼ਾ ਸੱਚ ਬੋਲੇਗਾ। ਪਰ ਦੂਜੇ ਪੱਖੋਂ ਜਿਹੜਾ ਨਿਘਾਰ ਅੱਜ ਸਾਡੇ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ, ਉਹ ਹੋਇਆ ਤਾਂ ਵੀ ਅਸੀਂ ਸੱਚ ਤੋਂ ਦੂਰ ਹੋ ਗਏ ਹਾਂ, ਕਿਨਾਰਾ ਕਰ ਲਿਆ, ਭੱਜ ਰਹੇ ਹਾਂ। ਸਤਿਗੁਰੂ ਕਹਿੰਦੇ ਧਰਮੀ ਮਨੁੱਖ ਉਹ ਹੈ ਜਿਹੜਾ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ। ਬੋਲ ਸੋ ਧਰਮੀੜਿਆ ਮੋਣ ਕਤ ਧਾਰੀ ਰਾਮ। ਕਹਿੰਦੇ ਚੁੱਪ ਹੋ ਕੇ ਕਿਉਂ ਬੈਠਾ, ਤੂੰ ਬੋਲ ਜੇ ਧਰਮੀ ਆ। ਜਿਹੜਾ ਧਰਮੀ ਹੋਵੇਗਾ ਉਹ ਬੋਲੇਗਾ, ਆਵਾਜ਼ ਉਠਾਵੇਗਾ, ਹੁੰਦੇ ਧੱਕੇ ਦੇ ਖਿਲਾਫ ਲੜੇਗਾ ਵੀ, ਜ਼ਬਰ ਨੂੰ ਰੋਕੇਗਾ ਵੀ, ਜ਼ਾਲਮ ਨੂੰ ਵੀ ਰੋਕੇਗਾ। ਕਿਉਂ? ਕਿਉਂਕਿ ਧੱਕਾ ਨਹੀਂ ਸਹਾਰ ਸਕਦਾ ਜਿਹੜਾ ਧਰਮੀ ਹੈ। ਹੁਣ ਬਾਹਰੋਂ ਤਾਂ ਧਰਮੀ ਹੈ, ਪਹਿਰਾਵਾ ਧਰਮੀ ਹੈ, ਪੰਜੇ ਕਕਾਰ ਪਾਏ ਹੋਏ ਨੇ, ਸੋਹਣਾ ਦਾੜਾ ਹੈ, ਸੋਹਣਾ ਸਰੀਰ ਹੈ, ਸਾਰਾ ਕੁਝ ਸੋਹਣਾ ਹੈ, ਵਧੀਆ, ਗਿਆਨ ਵੀ ਦਿੰਦਾ ਮੇਰੇ ਵਾਂਗੂ, ਉਪਦੇਸ਼ ਵੀ ਦਿੰਦਾ। ਪਰ ਹੈ ਕਿ ਅੰਦਰੋਂ ਕੁਛ ਹੋਰ ਚੱਲ ਰਿਹਾ। ਅੰਦਰੋਂ ਇਹ ਆ ਵੀ ਲੁੱਟਣ ਨੂੰ ਪਈਆ ਦੁਨੀਆ, ਭਾਈ ਲੁੱਟ ਲਓ। ਪਠਾਲੇ ਵਾਲਾ ਬਾਬਾ ਹੈਗਾ ਤਾਂ ਧਰਮੀ ਹੀ ਸੀ, ਗ੍ਰੰਥੀ ਸੀ, ਬੜੀ ਸੋਹਣੀ ਆਵਾਜ਼ ਸੀ, ਬੜੀ ਸੋਹਣੀ ਵਿਚਾਰ ਕਰਦਾ ਸੀ, ਕੀਰਤਨ ਕਰਦਾ ਸੀ, ਕਥਾ ਵੀ ਕਰਦਾ ਸੀ। ਪਤਾ ਹੀ ਨਹੀਂ ਕਿੰਨੇ ਕੁ ਵਾਰ ਸਾਰਾ ਗੁਰੂ ਗ੍ਰੰਥ ਸਾਹਿਬ ਨੇ ਸਹਿਜ ਪਾਠ ਕਿੰਨੇ ਕੁ ਕੀਤੇ ਹੋਣੇ ਆ, ਜੰਮਿਆਂ 'ਤੇ ਮਰਿਆਂ 'ਤੇ ਹੋਰ ਸਾਰੇ ਕਿਤੇ। ਪਰ ਕੀ ਅੰਦਰ ਇੱਕ ਚੋਰ ਸੀ ਵੀ ਮੈਂ ਦੁਨੀਆ ਨੂੰ ਲੁੱਟਣਾ, ਲੁੱਟ ਕੇ ਲੈ ਗਿਆ। 35 ਕਰੋੜ ਰੁਪਇਆ ਘੱਟੋ ਘੱਟ, 35 ਤੋਂ 40 ਕਰੋੜ ਰੁਪਈਆ 5-6 ਮਹੀਨਿਆਂ ਵਿੱਚ ਲੁੱਟ ਕੇ ਲੈ ਗਿਆ। ਦੁਨੀਆ ਦੇ ਵਿੱਚ ਸੱਚਾ ਵੀ ਹੋ ਗਿਆ ਕਿ ਲੋਕਾਂ ਤੋਂ ਸਾਈਨ ਕਰਾ ਲਏ ਵੀ ਜਿਹੜੇ ਲੋਕ ਪੈਸੇ ਦੇ ਰਹੇ ਨੇ, ਜਿਨ੍ਹਾਂ ਨੂੰ 10 ਗੁਣਾ ਕਰਕੇ ਦਿੰਦਾ ਸੀ, ਵੀ ਇਹ ਪੈਸੇ ਕਹਿੰਦੇ ਕਾਹਦੇ ਲਈ ਦੇ ਰਹੇ ਆ। ਕਹਿੰਦੇ ਜੀ ਅਖੰਡ ਪਾਠ ਸਾਹਿਬ ਦੀ ਭੇਟਾ ਦੇ। ਕੀ ਕੀਤਾ? ਇੱਕ ਇੱਧਰ ਅਖੰਡ ਪਾਠ ਸ਼ੁਰੂ ਕਰਤਾ ਗੁਰਦੁਆਰੇ, ਇੱਕ ਨਾਲ ਦੇ ਪਿੰਡ ਸ਼ੁਰੂ ਕਰਤਾ, ਹੋਰ ਪਿੰਡਾਂ 'ਚ ਸ਼ੁਰੂ ਕਰਤੇ ਜੀ। ਥਾਂ ਥਾਂ ਉੱਤੇ ਅਸੀਂ ਪਾਠ ਕਰਵਾ ਰਹੇ ਹਾਂ ਤਾਂ ਕਿ ਲੁਕਾਈ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਵੇ। ਕੀਤਾ ਤਾਂ ਉਹਨੇ ਸਾਰਾ ਕੁਛ ਧਰਮੀ ਬਣ ਕੇ ਹੀ ਹੈ ਨਾ, ਪਰ ਕੀ ਹੈ ਅੰਦਰੋਂ ਕੁਝ ਹੋਰ ਹੈ। ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ। ਇਹ ਹੈ ਰਹਿਤ ਕੁਝ ਹੋਰ ਹੈ, ਕਰ ਕੁਝ ਹੋ ਰਿਹਾ। ਸਤਿਗੁਰੂ ਕਹਿੰਦੇ ਅਵਰ ਹੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਕਹਿੰਦੇ ਦੂਜਿਆਂ ਨੂੰ ਉਪਦੇਸ਼ ਦੇਣਾ, ਆਪ ਉਹਦੇ ਉੱਤੇ ਨਾ ਚੱਲਣਾ, ਕਹਿੰਦੇ ਮੂੰਹ ਵਿੱਚ ਰੇਤਾ ਪੈਣ ਬਰਾਬਰ ਹੈ।
ਝੂਠੀਆਂ ਗੱਲਾਂ ਨੇ, ਕਹਿੰਦੇ ਸੱਚ ਨਹੀਂ ਹੈ ਉਹ। ਹੁਣ ਅੱਗੇ ਪਾਤਸ਼ਾਹ ਜੀ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਕਹਿੰਦੇ ਤ੍ਰਿਸ਼ਨਾ ਦੇ ਅਧੀਨ ਰਿਹਾ, ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ। ਆਸਾਂ ਸਭੇ ਲਾਹ ਕੈ ਇੱਕੋ ਆਸ ਕਮਾਓ, ਪਾਤਸ਼ਾਹ ਜੀ ਕਹਿੰਦੇ ਸਾਰੀਆਂ ਆਸ਼ਾਵਾਂ ਦੁਨੀਆ ਦੀਆਂ ਤ੍ਰਿਸ਼ਨਾਵਾਂ ਛੱਡ ਕੇ ਇੱਕ ਆਸ ਕਮਾ, ਉਹ ਕੀ ਹੈ? ਸੱਚ। ਪਰਮਾਤਮਾ, ਮਾਲਕ, ਰੱਬ, ਖੁਦਾ, ਗੌਡ, ਜੋ ਮਰਜ਼ੀ ਕਹਿ ਲਓ, ਕਹਿੰਦੇ ਉਹ ਇੱਕੋ ਆਸ ਕਮਾ ਵੀ ਜਿੱਥੋਂ ਤੂੰ ਆਇਆ, ਜਿੱਥੇ ਤੂੰ ਜਾਣਾ, ਸਿਰਫ ਉਸ ਬਾਰੇ ਸੋਚ, ਧਿਆਨ ਕਰ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਤੇਰੀ ਵਾਰੀ ਹੈ। ਕਿਹਨੂੰ? ਗੋਬਿੰਦ ਨੂੰ ਮਿਲਣ ਦੀ। ਗੋਬਿੰਦ ਕੌਣ ਹੈ? ਜਿਹੜਾ ਧਰਤੀ ਦਾ ਰਖਵਾਲਾ ਹੈ, ਜਿਹੜਾ ਧਰਤੀ ਦਾ ਰਖਵਾਲਾ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਇੱਕੋ ਰਾਖਾ ਏ, ਕੌਣ? ਪਰਮਾਤਮਾ। ਉਹਨੂੰ ਪਰਮਾਤਮਾ ਕਹਿ ਲਵੋ, ਗੋਬਿੰਦ ਕਹਿ ਲਵੋ, ਗੋਪਾਲ ਕਹਿ ਲਓ, ਹਰ ਕਹਿ ਲਓ, ਜੋ ਮਰਜ਼ੀ ਨਾਮ ਰੱਖ ਕੇ ਜਪ ਲਓ, ਪਰ ਜਪਣ ਦੇ ਵਿੱਚ ਕਿਸੇ ਮਨੁੱਖ ਦੀ ਤਸਵੀਰ ਨਹੀਂ ਆਉਣੀ ਚਾਹੀਦੀ। ਰਾਮ ਕਿਸੇ ਇਨਸਾਨ ਦਾ ਨਾਮ ਵੀ ਹੋ ਸਕਦਾ, ਦਸ਼ਰਥ ਦੇ ਪੁੱਤਰ ਦਾ ਨਾਮ ਵੀ ਰਾਮ ਸੀ। ਕਿਸੇ ਘਰ ਦੇ ਵਿੱਚ ਕੋਈ ਪੈਦਾ ਹੋਇਆ ਇਨਸਾਨ, ਬੱਚੇ ਦਾ ਨਾਮ ਰਾਮ ਰੱਖ ਦਿੱਤਾ, ਕੋਈ ਗੱਲ। ਪਰ ਜਦੋਂ ਰਾਮ ਜਪਣਾ, ਬਾਣੀ ਵਿੱਚ ਇਹ ਗੱਲ ਸਪਸ਼ਟ ਕਹਿ ਦਿੱਤੀ, ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਉਹਨੂੰ ਜਪ ਜਿਹੜਾ ਸਾਰੇ ਕਿਤੇ ਬੋਲਦਾ। ਹੁਣ ਜਿਹੜਾ ਘਰੇ ਰਾਮ ਆ, ਉਹ ਤਾਂ ਘਰ ਹੀ ਬੋਲੇਗਾ ਨਾ, ਕਿਸੇ ਕੋਲੇ ਖੜ ਜਾਵੇਗਾ ਉੱਥੇ ਜਾ ਕੇ ਬੋਲੇਗਾ। ਤੇ ਜਿਹੜਾ ਪਰਮਾਤਮਾ ਮਾਲਕ ਜਰੇ ਜਰੇ ਵਿੱਚ ਵਸਿਆ ਹੋਇਆ, ਕਹਿੰਦੇ ਉੱਥੇ ਆ, ਉਹਨੂੰ ਜਪ, ਉਹਨੂੰ ਧਿਆਨ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨਾਂ ਨਹੀਂ ਕੋਈ। ਅੱਗੇ ਕਹਿੰਦੇ ਸਹਿਸ ਸਿਆਣਪਾਂ ਲੱਖੋਂ ਹੈ, ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਲੱਖਾਂ ਹਜ਼ਾਰਾਂ ਚੁਤਰਾਈਆਂ ਹੋਣ, ਪਰ ਇੱਕ ਵੀ ਨਾਲ ਨਹੀਂ ਚੱਲਦੀ। ਚੁਤਰਾਈ ਨਾ ਚਤਰ ਕੁਝ ਪਾਈਐ, ਉਹ ਮਾਲਕ ਪਰਮਾਤਮਾ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ, ਉਹ ਚਤੁਰਾਈਆਂ ਦੇ ਨਾਲ ਨਹੀਂ ਪਾਇਆ ਜਾ ਸਕਦਾ, ਚਲਾਕੀਆਂ ਨਾਲ ਉਸ ਨੂੰ ਜਿੱਤਿਆ ਨਹੀਂ ਜਾ ਸਕਦਾ। ਦੂਜੇ ਪਾਸੇ ਚਲਾਕੀਆਂ ਚੱਲ ਜਾਣਗੀਆਂ, ਚਲਾਕੀ ਕਰਕੇ ਕਿਸੇ ਨੂੰ ਲੁੱਟ ਕੇ ਲੈ ਜਾਵੇਗਾ। ਇੱਥੇ ਤਾਂ ਚਲਾਕੀ ਨਹੀਂ ਚੱਲਦੀ। ਬੰਦਾ ਸੋਚਦਾ ਵੀ ਸ਼ਾਇਦ ਇੱਥੇ ਕੋਈ ਭੇਟਾ ਚੱਲ ਜਾਵੇਗੀ, ਵੀ ਮੈਂ ਲੱਖ ਰੁਪਈਆ ਭੇਟਾ ਦੇ ਦਿੱਤੀ ਤਾਂ ਮੈਂ ਹੀ ਵੱਡਾ ਧਰਮੀ ਹੈ, ਮੈਂ ਸੋਨਾ ਚੜ੍ਹਾ ਦਿੱਤਾ। ਆਹ ਦੇਖੋ ਨਾ, ਪਿੱਛੇ ਜੇ ਖਬਰ ਆਈ ਸੋਨਾ ਸੰਗਤਾਂ ਦਾ। ਚਲੋ ਸੰਗਤਾਂ ਬੜੀਆਂ ਸ਼ਰਧਾਵਾਨ ਹੁੰਦੀਆਂ ਨੇ ਵੀ ਗੁਰੂ ਘਰ ਦੇ ਲਈ ਦੇਣਾ, ਦਾਨ ਦੇਣਾ ਆਪਾਂ, ਹੈ ਨਾ, ਅੰਦਰ ਭਾਵਨਾ ਹੁੰਦੀ ਹੈ ਹਰ ਇੱਕ ਦੇ। ਉਹਨਾਂ ਨੇ ਸੋਨਾ ਦਿੱਤਾ, ਵੀ ਹਜ਼ੂਰ ਸਾਹਿਬ ਸੋਨਾ ਦਿੱਤਾ, ਤੇ ਜਦੋਂ ਬਾਅਦ ਦੇ ਵਿੱਚ ਉਹਦਾ ਪਤਾ ਲੱਗਿਆ ਵੀ ਘੱਟੋ ਘੱਟ 50 ਲੱਖ ਦਾ ਸੋਨਾ ਹੀ ਗਾਇਬ ਆ ਉੱਥੋਂ, ਕੀ ਕਰੂਗੀ ਸੋਨਾ ਚੜ੍ਹਾ ਕੇ? ਫਰਕ ਹੈ ਨਾ। ਇਸ ਕਰਕੇ ਕਹਿੰਦੇ ਵੀ ਚਤੁਰਾਈ ਚਤਰ ਕੁਝ ਨਹੀਂ ਪਾਇਆ ਜਾ ਸਕਦਾ, ਚਲਾਕੀ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਇਹੀ ਗੱਲ ਸਾਨੂੰ ਬਾਣੀ ਵਿੱਚ ਸਤਿਗੁਰੂ ਨੇ ਸਪਸ਼ਟ ਕਰਕੇ ਦਿੱਤੀ ਹੈ। ਕਹਿੰਦੇ ਜੇਕਰ ਮਾਲਕ ਨੂੰ ਪਾਉਣਾ ਚਾਹਣਾ ਤਾਂ ਆਪਣੇ ਅੰਦਰੋਂ ਝੂਠ ਦੀ ਕੰਧ ਨੂੰ ਦੂਰ ਕਰ, ਅੰਦਰ ਆਪਣੇ ਧਿਆ ਵੀ ਉਹ ਮਾਲਕ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਉਹ ਇੱਕੋ ਹੈ, ਇੱਕੋ ਹੀ ਮੇਰੇ ਸਵਾਸਾਂ ਦਾ ਮਾਲਕ ਹੈ। ਕਿਉਂਕਿ ਜਦੋਂ ਉਹਦੇ ਹੱਥ ਹੀ ਆ ਸਾਰਾ ਕੁਝ, ਸਾਨੂੰ ਪਤਾ ਹੀ ਨਹੀਂ ਵੀ ਸਵਾਸ ਸਾਡਾ ਕਦੋਂ ਨਿਕਲ ਜਾਣਾ, ਜਦੋਂ ਹੈ ਹੀ ਉਹਦੇ ਬਸ। ਫਿਰ ਇਸ ਕਰਕੇ ਉਹਨੂੰ ਧਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਜੋ ਬਾਣੀ ਉਚਾਰੀ, ਤੇ ਭਾਈ ਮਰਦਾਨਾ ਜੀ ਤੋਂ ਨਾਲ ਨਾਲ ਉਹ ਲਿਖਾਉਂਦੇ ਰਹੇ, ਗਾਉਂਦੇ ਵੀ ਰਹੇ, ਸੁਣਾਉਂਦੇ ਵੀ ਰਹੇ, ਵਿਆਖਿਆ ਵੀ ਕਰਦੇ ਰਹੇ, ਤੇ ਨਾਲ ਨਾਲ ਲਿਖਵਾਉਂਦੇ ਵੀ ਰਹੇ। ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਆਸੇ ਪਾਸੇ ਪਈ ਸੀ, ਭਗਤ ਰਵਿਦਾਸ ਜੀ ਦੀ, ਬਾਬਾ ਫਰੀਦ ਜੀ ਦੀ, ਭਗਤ ਨਾਮਦੇਵ ਜੀ ਦੀ, ਰਾਮਾਨੰਦ ਜੀ ਦੀ, ਪਰਮਾਨੰਦ ਜੀ ਦੀ, ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਜਾ ਕੇ ਉਹਨੂੰ ਘੋਖਿਆ, ਪੜਤਾਲਿਆ, ਤੇ ਫਿਰ ਉਹ ਜਿਹੜੀ ਬਾਣੀ ਹੈ ਉਹ
ਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਗੁਰੂ ਨਾਨਕ ਸਾਹਿਬ ਨੇ ਆਪ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਦਰਜ ਕਰਵਾਈ ਹੈ। ਨੌਵੇਂ ਪਾਤਸ਼ਾਹ ਜੀ ਤੋਂ ਬਾਣੀ ਤੋਂ ਬਿਨਾਂ, ਕਿਉਂਕਿ ਨੌਵੇਂ ਪਾਤਸ਼ਾਹ ਜੀ ਬਾਅਦ ਵਿੱਚ ਹੁੰਦੇ ਨੇ, ਪੰਜਵੇਂ ਪਾਤਸ਼ਾਹ ਜੀ ਨੇ ਪਹਿਲਾਂ 30 ਰਾਗਾਂ ਦੇ ਵਿੱਚ ਬਾਣੀ ਸੀ ਜਿਹੜੀ ਉਹ ਲਿਖਵਾਈ ਹੈ ਭਾਈ ਗੁਰਦਾਸ ਜੀ ਤੋਂ। ਅਤੇ ਬਾਅਦ ਵਿੱਚ ਪਹਿਲੇ ਜਦੋਂ ਗੁਰਬਾਣੀ ਲਿਖਵਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਜਿਹੜਾ ਉਹ ਤਿਆਰ ਹੋ ਗਿਆ ਇੱਕ ਗ੍ਰੰਥ ਦੇ ਰੂਪ ਵਿੱਚ, ਤਾਂ ਉਸ ਨੂੰ ਫਿਰ ਪ੍ਰਕਾਸ਼ ਕੀਤਾ ਗਿਆ ਹਰਿਮੰਦਰ ਸਾਹਿਬ ਦੇ ਵਿੱਚ। ਜਦੋਂ ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਹੋਈ ਅਤੇ ਉੱਥੇ ਪ੍ਰਕਾਸ਼ ਕੀਤਾ ਗਿਆ ਅਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਥਾਪੇ ਗਏ। ਇਤਿਹਾਸ ਦੇ ਵਿੱਚ ਇਹ ਗੱਲ ਲਿਖੀ ਹੈ, ਕਹਿੰਦੇ ਜਦੋਂ ਸੰਪੂਰਨਤਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੀ ਜਿਹੜੀ ਉਹ ਜਿੰਨੀ ਸੀ ਸਾਰੀ ਲਿਖੀ ਗਈ। ਅਤੇ ਚੇਤਾ ਰੱਖਿਓ ਭਾਈ ਗੁਰਦਾਸ ਜੀ ਲਿਖਦੇ ਸੀ ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਬਹਿ ਕੇ ਲਿਖਵਾਉਂਦੇ ਸੀ। ਇੰਨ ਬਿੰਨ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਉਵੇਂ ਲਿਖੀ ਗਈ। ਅੱਜ ਅਜੋਕੇ ਸਮੇਂ ਦੇ ਵਿੱਚ ਕੁਝ ਕੁ ਛਾਪਿਆਂ ਦੇ ਵਿੱਚ ਜਾਂ ਪ੍ਰਿੰਟਿੰਗ ਮਸ਼ੀਨਾਂ ਦੇ ਵਿੱਚ ਕੁਝ ਗਲਤੀਆਂ ਹੋਣ ਕਰਕੇ ਕੁਛ ਗੱਲਾਂ ਦਾ ਫਰਕ ਪੈ ਗਿਆ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਸੋ ਕਹੋ ਟਲ ਗੁਰ ਸੇਵੀਐ, ਉੱਥੇ ਹੈ ਜੀ ਕਲ ਸਹਾਰ। ਭਾਈ ਗੁਰਦਾਸ ਜੀ ਨੇ ਬਕਾਇਦਾ ਇਹ ਹਵਾਲਾ ਦਿੱਤਾ ਅਰਥ ਕਰਨ ਵੇਲੇ ਵੀ ਨਾਮ ਹੈ ਕਲ ਸਹਾਰ, ਪਰ ਟਲ ਕਿਵੇਂ ਬਣ ਗਿਆ ਵੀ ਛਾਪਿਆਂ ਦੇ ਵਿੱਚ ਕੁਛ ਗਲਤੀ ਹੋਣ ਕਰਕੇ ਕੱਕੇ ਦਾ ਟੈਂਕਾ ਬਣ ਗਿਆ। ਹੈ ਸੀ ਕਲ, ਬਣ ਗਿਆ ਟੈਂਕੇ ਨਾਲ ਟਲ। ਕਹਿੰਦੇ ਇਸ ਕਰਕੇ ਹੁਣ ਦੇਖੋ ਕਈਆਂ ਦੇ ਪੜ੍ਹਨ ਵਿੱਚ ਵੀ ਉਹ ਕੀ ਪੜ੍ਹਦੇ ਨੇ, ਕਹਿੰਦੇ ਸੋ ਕਹੋ ਅਟਲ ਗੁਰ ਸੇਵੀਏ, ਉਹ ਅਟਲ ਆੜਾ ਲਾ ਰਹੇ ਨੇ ਨਾਲ। ਸੋ ਸ਼ੁੱਧ ਪਾਠ ਹੈ ਜਿਹੜਾ ਉਹ ਹੈ ਕਲ ਸਹਾਰ। ਭੱਟ ਕਲ ਜੀ ਦੁਆਰਾ ਲਿਖਿਆ ਗਿਆ ਸ਼ਬਦ, ਕਿਉਂਕਿ ਬਾਕੀ ਜਿਹੜੇ ਸ਼ਬਦ ਨੇ ਉਹ ਸਾਰੇ ਕਲ ਲਿਖਿਆ ਆ ਰਿਹਾ ਉੱਥੇ, ਵੀ ਕਲ ਸਹਾਰ ਜੀ ਨੇ ਬਾਣੀ ਲਿਖੀ ਹੈ। ਅਤੇ ਉੱਥੇ ਛਾਪਿਆਂ ਦੇ ਕਰਕੇ ਫਰਕ ਪੈ ਗਿਆ, ਪਰ ਗੁਰੂ ਸਾਹਿਬ ਜੀ ਨੇ ਇੰਨ ਬਿੰਨ ਉਵੇਂ ਲਿਖਵਾਇਆ ਸੀ। ਵਿਆਕਰਨਕ ਰੂਪ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਤੰਨਾ ਲਾਮ ਦੁਲਾਮ, ਇਹ ਜਿੰਨੀਆਂ ਵੀ ਅੱਖਰਾਂ ਨਾਲ ਲਿਖੀਆਂ ਹੋਈਆਂ ਨੇ ਨਾ, ਇਹਨਾਂ ਦੇ ਅਰਥ ਨੇ। ਇਹ ਐਵੇਂ ਨਹੀਂ ਲਾ ਦਿੱਤਾ ਵੀ ਹਾਂ ਲਿਖ ਦਿਓ ਜੀ ਅਤੇ ਵੀ ਲੱਗ ਗਿਆ, ਨਹੀਂ, ਬਕਾਇਦਾ ਵਿਆਕਰਨਕ ਅਰਥ ਨੇ ਵੀ ਕਿੱਥੇ ਕੀ ਅਰਥ ਹੋ ਰਿਹਾ। ਦੇਖੋ ਜੇਕਰ ਅਸੀਂ ਵਿਆਕਰਨ ਨੂੰ ਨਹੀਂ ਮੰਨ ਕੇ ਚੱਲਦੇ ਤਾਂ ਇੱਕ ਲਫ਼ਜ਼ ਆਉਂਦਾ ਜਿਹੜਾ ਸਾਹਮਣੇ ਰੋਡ 'ਤੇ ਜਾਂਦੇ ਨੂੰ ਲਿਖਿਆ ਹੁੰਦਾ ਰੁਕੋ ਮਤ ਜਾਣੇ ਦੋ, ਲਫ਼ਜ਼ ਹੈ ਰੁਕੋ ਮਤ ਜਾਣੇ ਦੋ। ਜੇਕਰ ਉੱਥੇ ਰੁਕੋ ਦੇ ਉੱਤੇ ਰੋਕ ਲਾ ਦਿੱਤੀ, ਰੁਕੋ ਮਤ ਜਾਣੇ ਦੋ ਵੀ ਰੋਕ ਲਵੋ, ਅੱਗੇ ਨਹੀਂ ਜਾ ਸਕਦੇ ਤੁਸੀਂ, ਉੱਥੇ ਸਾਨੂੰ ਰੁਕਣਾ ਪਵੇਗਾ। ਜੇਕਰ ਲਿਖਿਆ ਵਾ ਰੁਕੋ ਮਤ ਜਾਣੇ ਦੋ, ਫਰਕ ਪੈ ਗਿਆ ਨਾ, ਅੱਖਰ ਉਹੀ ਨੇ, ਸਿਰਫ ਇੱਕ ਵਿਸ਼ਰਾਮ ਲਾਉਣ ਦੇ ਨਾਲ ਅੱਖਰ ਅਰਥ ਫਰਕ ਪੈ ਗਿਆ। ਇੱਕ ਪੰਗਤੀ ਆਉਂਦੀ ਹੈ, ਮੈਂ ਪੰਗਤੀ ਨਾਲ ਵੀ ਉਦਾਹਰਨ ਦੇ ਦੇਵਾਂ। ਪੰਗਤੀ ਹੈ ਜੀ ਭਿਸਤ ਨਜੀਕ ਰਾਖ ਰਹਿਮਾਨਾ। ਹੁਣ ਜੇ ਕੋਈ ਇਹਨੂੰ ਪੜ੍ਹੇਗਾ ਇਹਦੇ ਅਰਥ ਬਣਦੇ ਨੇ ਭਿਸਤ ਸਵਰਗ, ਨਜੀਕ ਰਾਖ ਰਹਿਮਾਨਾ। ਜੇਕਰ ਰੁਕ ਕੇ ਪੜ੍ਹਾਂਗੇ ਭਿਸਤ ਨਜੀਕ ਰਾਖ ਰਹਿਮਾਨਾ ਤਾਂ ਅਰਥ ਬਣਨਗੇ ਵੀ ਸਵਰਗ ਮੇਰੇ ਲਈ ਸਵਰਗ ਹੈ, ਪਰਮਾਤਮਾ ਜੀ ਤੁਸੀਂ ਮੈਨੂੰ ਨੇੜੇ ਰੱਖੋ। ਹੇ ਮਾਲਕ ਜੀ, ਹੇ ਪਰਮਾਤਮਾ ਜੀ ਮੈਂ ਤੁਹਾਡੇ ਨੇੜੇ ਰਹਾਂ, ਇਹੀ ਮੇਰੇ ਲਈ ਸਵਰਗ ਹੈ। ਹੁਣ ਜੇ ਕੋਈ ਪੜ੍ਹੇ ਭਿਸਤ ਨਜੀਕ ਰਾਖ ਰਹਿਮਾਨਾ, ਅਰਥ ਉਲਟ ਹੋ ਗਏ। ਜੇਕਰ ਨਜੀਕ 'ਤੇ ਅਸੀਂ ਰੁਕ ਗਏ, ਭਿਸਤ ਨਜੀਕ ਰਾਖ ਰਹਿਮਾਨਾ, ਫਿਰ ਕੀ ਆ ਵੀ ਹੇ ਪਰਮਾਤਮਾ ਜੀ ਮੈਨੂੰ ਸਵਰਗ ਦੇ ਨੇੜੇ ਰੱਖ, ਫਰਕ ਪੈ ਗਿਆ ਨਾ। ਬਾਣੀ ਤਾਂ ਕਹਿ ਰਹੀ ਹੈ ਵੀ ਜਿਹੜਾ ਸਵਰਗ ਹੈ ਇਹਦੇ ਲਾਲਚਾਂ ਤੋਂ ਬਚੋ,
ਨਰਕ ਸੁਰਗ ਤੇ ਮੈਂ ਰਹੇ ਹੋ, ਵੀ ਮੈਨੂੰ ਮਤਲਬ ਹੀ ਨਹੀਂ ਕੋਈ, ਮੈਂ ਬਚ ਗਿਆ ਨਰਕ ਤੇ ਸਵਰਗ ਤੋਂ। ਪਰ ਦੂਜੇ ਪਾਸੇ ਕੀ ਹੈ, ਇੱਕ ਤਾਂ ਦੁਨਿਆਵੀ ਸਵਰਗ ਬਣਾਇਆ ਹੋਇਆ ਲੋਕਾਂ ਦਾ, ਧਰਮਾਂ ਦਾ, ਵੀ ਜੀ ਜੇਕਰ ਤੁਸੀਂ ਚੰਗੇ ਕਰਮ ਕਰੋਗੇ ਤਾਂ ਤੁਸੀਂ ਸਵਰਗ 'ਚ ਜਾ ਕੇ ਵਸੋਗੇ। ਲਾਲਚ ਦਿੱਤਾ ਜਾ ਰਿਹਾ ਵੀ ਉੱਥੇ ਤੁਹਾਡੀ ਸੇਵਾ ਹੋਵੇਗੀ, ਵਧੀਆ ਤੁਹਾਨੂੰ ਪਲੰਘ ਮਿਲਣਗੇ, ਕੋਠੀ ਮਿਲੂਗੀ ਪਾਈ ਹੋਈ 10 ਕਿੱਲਿਆਂ ਦੀ। ਇੱਦਾਂ ਹੀ ਹੁੰਦਾ ਨਾ, ਵੀ ਤਖਤ ਲੱਗਿਆ ਹੋਊਗਾ, ਤੁਹਾਡੇ ਆਸੇ ਪਾਸੇ ਤੁਹਾਡੇ ਸੇਵਾਦਾਰ ਖੜ੍ਹੇ ਹੋਣਗੇ, ਕੋਈ ਅੰਗੂਰ ਲੈ ਕੇ ਖੜ੍ਹਾ ਹੋਊ, ਕੋਈ ਸਿਓ ਲੈ ਕੇ ਖੜ੍ਹਾ ਹੋਊ, ਕੋਈ ਕੁਛ ਤਰ੍ਹਾਂ ਤਰ੍ਹਾਂ ਦੀ ਜੀ ਸ਼ਰਾਬ ਦਿੱਤੀ ਜਾਊਗੀ, ਉੱਥੇ ਨਾਟਕ ਹੋਣਗੇ, ਖੁਸ਼ੀਆਂ ਮਾਣੇਗਾ। ਦੂਜੇ ਪਾਸੇ ਨਰਕ ਨੂੰ ਇੱਦਾਂ ਦਾ ਬਣਾ ਦਿੱਤਾ, ਡਰਾ ਦਿੱਤਾ ਲੋਕਾਂ ਨੂੰ ਵੀ ਹਾਏ ਨਰਕ ਦੇ ਵਿੱਚ ਤਾਂ ਤੱਤਾ ਕੜਾਹਾ ਤੇਲ ਦਾ ਹੋ ਰਿਹਾ, ਉਹਦੇ ਵਿੱਚ ਸਿੱਟ ਦੇਣਗੇ, ਤਲ ਦੇਣਗੇ, ਤੈਨੂੰ ਅੱਗ ਦੇ ਵਿੱਚ ਦੀ ਲੰਘਣਾ ਪਊਗਾ, ਤੈਨੂੰ ਉੱਥੇ ਕੁੰਡੀਆਂ ਪਾ ਪਾ ਕੇ ਖਿੱਚਿਆ ਜਾਊਗਾ, ਤੋੜਿਆ ਜਾਊਗਾ ਤੇਰੇ ਸਰੀਰ ਨੂੰ, ਤੈਨੂੰ ਦੁੱਖ ਮਿਲਣਗੇ, ਤਕਲੀਫਾਂ ਮਿਲਣਗੀਆਂ। ਹੁਣ ਕਿਹੜਾ ਮੰਗੂ ਨਰਕ? ਹੈ ਕੋਈ ਨਰਕ ਮੰਗਣ ਵਾਲਾ? ਜੇ ਇੱਦਾਂ ਦਾ ਤਾਂ ਕਿਹੜਾ ਮੰਗੂ ਨਰਕ? ਹਰ ਕੋਈ ਸਵਰਗ ਭਾਲਦਾ। ਇਹਦਾ ਮਤਲਬ ਕਿ ਨਰਕ ਖਾਲੀ, ਸਵਰਗ ਦੇ ਵਿੱਚ ਲੋਕ ਕੰਧਾਂ 'ਤੇ ਬੈਠੇ ਆ, ਇਹੀ ਹੋਊਗਾ ਨਾ। ਪਰ ਗੁਰੂ ਸਾਹਿਬ ਕਹਿੰਦੇ ਵੀ ਮੈਂ ਬਚ ਗਿਆ ਨਰਕ ਤੇ ਸਵਰਗ ਤੋਂ। ਕੀ? ਵੀ ਮੈਂ ਜਦੋਂ ਤੈਨੂੰ ਜਪ ਲਿਆ, ਤੈਨੂੰ ਧਿਆ ਲਿਆ, ਮੈਂ ਤੇਰੇ ਨੇੜੇ ਰਹਾ ਮਾਲਕ ਜੀ, ਆਪਣੇ ਸਵਾਸਾਂ ਦੇ ਵਿੱਚ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਉਹ ਜਿਉਂਦੇ ਜੀ ਮੁਕਤ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ। ਅਤੇ ਇਹ ਜਿਹੜੀ ਬਾਣੀ ਹੈ ਇਹ ਸਾਨੂੰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ, ਬਾਕੀ ਗੁਰੂ ਸਾਹਿਬਾਨਾਂ ਜੀ ਨੇ ਸਾਡੀ ਝੋਲੀ ਵਿੱਚ ਦਾਤ ਪਾਈ ਹੈ। ਅਤੇ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਬਾਬਾ ਬੁੱਢਾ ਜੀ ਨੇ ਕੀਤਾ। ਅਤੇ ਬਾਬਾ ਬੁੱਢਾ ਜੀ ਨੂੰ ਜਿਹੜੇ ਇਤਿਹਾਸਕ ਬਚਨ ਨੇ ਉਹ ਕਹੇ ਗਏ ਵੀ ਬੁੱਢਾ ਜੀ ਖੋਲ੍ਹੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ। ਵੀ ਗ੍ਰੰਥ ਨੂੰ ਖੋਲ੍ਹੋ ਅਤੇ ਆਵਾਜ਼ ਲਓ। ਇੱਥੇ ਇੱਕ ਗੱਲ ਹੋਰ ਦੱਸ ਦੇਵਾਂ, ਪਹਿਲਾਂ ਸਿੱਖ ਜਗਤ ਦੇ ਵਿੱਚ ਜਿਹੜਾ ਸਰੀਰ ਗੁਰੂ ਸੀ ਉਹਨੂੰ ਉੱਚੇ ਥਾਂ 'ਤੇ ਰੱਖ ਕੇ ਬਾਕੀ ਸੰਗਤ ਨੀਵੇਂ ਥਾਂ ਬਹਿੰਦੀ ਸੀ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸਾਰੀ ਬਾਣੀ ਇਕੱਤਰ ਕਰ ਦਿੱਤੀ, ਪਹਿਲਾਂ ਬਾਣੀ ਪੋਥੀਆਂ ਦੇ ਵਿੱਚ ਸੀ, ਭਾਗਾਂ ਦੇ ਵਿੱਚ ਸੀ, ਛੋਟੇ ਗ੍ਰੰਥਾਂ ਦੇ ਵਿੱਚ ਸੀ, ਅਲੱਗ ਸੀਗੀ। ਪਰ ਬਾਅਦ ਵਿੱਚ ਜਦੋਂ ਇਕੱਠੀ ਇੱਕ ਬੰਨ੍ਹ ਦਿੱਤੀ, ਪਹਿਲਾਂ ਕਿਹਾ ਗਿਆ ਪੋਥੀ ਪਰਮੇਸ਼ਰ ਕਾ ਥਾਨ, ਅਤੇ ਬਾਅਦ ਵਿੱਚ ਜਦੋਂ ਸਾਰੀ ਇਕੱਠੀ ਬੰਨ੍ਹ ਦਿੱਤੀ ਉਦੋਂ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਇਹਨੂੰ ਮੰਨਣ ਵਾਲੇ ਜੇਕਰ ਮੰਨ ਲੈਂਦੇ ਨੇ ਤਾਂ ਪ੍ਰਤੱਖ ਗੁਰੂ ਨਿਸਤਾਰੇ। ਉਹਦਾ ਵਿਕਾਰਾਂ ਵਾਲੇ ਪਾਸਿਓਂ, ਬੁਰਾਈਆਂ ਪਾਸਿਓਂ ਜਿਹੜਾ ਸਤਿਗੁਰੂ ਹੈ ਉਹ ਨਿਸਤਾਰਾ ਕਰ ਦੇਵੇਗਾ। ਸੱਚੇ ਗਿਆਨ ਦੇ ਨਾਲ, ਸੱਚੇ ਗੁਰੂ ਗਿਆਨ ਦੇ ਨਾਲ ਅੰਦਰੋਂ ਬੁਰਾਈਆਂ ਖਤਮ ਹੋ ਜਾਣਗੀਆਂ, ਅਤੇ ਫਿਰ ਉਹ ਕੀ ਹੈ? ਸੱਚਾ ਹੋ ਗਿਆ, ਸੱਚਾ ਬਣ ਗਿਆ। ਅਤੇ ਉਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਕੀਤਾ ਗਿਆ ਉਹ ਪਲੰਘ 'ਤੇ ਕੀਤਾ ਗਿਆ, ਭਾਵ ਕਿ ਉੱਚਾ। ਅੱਜ ਤਾਂ ਚਲੋ ਆਪਾਂ ਥੜਾ ਬਣਾ ਦਿੱਤਾ। ਅਤੇ ਪਹਿਲਾਂ ਕੀ ਹੁੰਦਾ ਸੀ, ਸੰਗਤ ਸਾਰੀ ਬਰਾਬਰ ਹੀ ਬਹਿੰਦੀ ਹੁੰਦੀ ਸੀ, ਬਰਾਬਰਤਾ ਹੀ ਸੀ। ਹਰਿਮੰਦਰ ਸਾਹਿਬ ਤੁਸੀਂ ਅੱਜ ਤੱਕ ਦੇਖਦੇ ਹੋ ਦਰਬਾਰ ਸਾਹਿਬ ਦੇ ਵਿੱਚ ਵੀ ਪੀੜ੍ਹੇ ਦੇ ਉੱਤੇ ਪ੍ਰਕਾਸ਼ ਕੀਤਾ ਜਾਂਦਾ ਅਤੇ ਬਾਕੀ ਸਾਰੀ ਸੰਗਤ ਸਮਤਲ ਇੱਕ ਬਰਾਬਰ ਬਹਿੰਦੀ ਹੈ, ਕਿਉਂਕਿ ਉਹਦੇ ਲਈ ਕੀ ਹੈ ਵੀ ਸਾਡਾ ਗੁਰੂ ਸਾਹਿਬ ਦੇ ਸਨਮੁਖ ਹੋ ਜਾਈਏ, ਬਿਲਕੁਲ ਨਾਲ ਬੈਠੀਏ, ਇਕੱਠੇ ਬੈਠੀਏ। ਇਹ ਸੀ ਇਕਾਗਰਤਾ, ਸੰਗਤ ਦੀ ਇਕੱਤਰਤਾ। ਇੱਥੋਂ ਹੀ ਸਾਨੂੰ ਜਿਹੜੇ ਗੁਣ ਨੇ ਉਹ ਮਿਲੇ ਨੇ। ਸੰਗਤ ਵਿੱਚ ਬਹਿਣਾ, ਪੰਗਤ ਵਿੱਚ ਪ੍ਰਸ਼ਾਦਾ ਛਕਣਾ, ਇੱਕ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ, ਭਾਵ ਕਿ ਜਾਤ ਪਾਤ ਛੂਤ ਛਾਤ ਦੇ ਵਿਤਕਰਿਆਂ ਤੋਂ ਦੂਰ ਹੋ ਜਾਣਾ, ਵੀ ਅਸੀਂ ਸਾਰੇ ਮਨੁੱਖਾਂ ਇੱਕੋ ਹਾਂ, ਫਰਕ ਕੋਈ ਨਹੀਂ। ਸਾਡੇ ਵਿੱਚ ਅੱਜ ਫੇਰ ਇੱਕ ਵੱਡਾ ਪਾੜਾ ਪਾਇਆ ਜਾ ਰਿਹਾ ਵੀ ਇਹ ਸ਼ੂਦਰ ਨੇ, ਇਹ ਉੱਚੀ ਜਾਤ ਦੇ ਨੇ, ਇਹ ਜੱਟ ਹੈ ਜੀ, ਉਹ ਚਮਿਆਰ ਹੈ ਜੀ, ਉਹ ਫਲਾਨਾ, ਉਹ ਧਿਮਕਾ। ਨਾ, ਅਸੀਂ ਗੁਰੂ ਦੇ ਸਿੱਖ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਤੋਂ ਅਸੀਂ ਸਾਰੇ ਬਾਣੀ ਨੂੰ ਮੰਨਣ ਵਾਲੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਆ, ਪਾਠ ਕਰਨ ਵਾਲੇ ਹਾਂ, ਅਤੇ ਸਾਡੇ ਅੰਦਰ ਇਹ ਵਿਤਕਰਾ ਤਾਂ ਹੋਣਾ ਹੀ ਨਹੀਂ ਚਾਹੀਦਾ।
नहीं, बिल्कुल जात रंग नस्ल किसी किस्म का भी धर्म का कोई भेद भाव नहीं है। असी इक्को हाँ सारे। जे असी इक्को हाँ, सब मह जोत जोत है सोए तिसदा चानण, सब मह चानण होए। ਜਿਹੜੇ ਹੰਕਾਰੀ ਲੋਕ ਸੀ ਨਾ, ਵੀ ਜਾਤ ਦਾ ਹੰਕਾਰ ਰੱਖਦੇ ਸੀ ਵੀ ਅਸੀਂ ਹਾਂ ਜ਼ਿਆਦੇ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਸਾਫ਼ ਗੱਲ ਕਹਿਤੀ, ਕਹਿੰਦੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੀਚਾਂ ਨਾਲ ਖੜੇ ਨੇ ਜਿਨ੍ਹਾਂ ਨੂੰ ਸੰਸਾਰ ਨੇ ਨੀਵੇਂ ਕਿਹਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਲਾਲੋ ਨੂੰ ਚੁਣਿਆ, ਮਲਕ ਭਾਗੋ ਨੂੰ ਛੱਡਿਆ। ਚੇਤਾ ਰੱਖਿਓ, ਮਲਕ ਭਾਗੋ ਦੇ ਜਾਣ ਤੋਂ ਇਨਕਾਰ ਕਰ ਦਿੱਤਾ, ਉੱਥੇ ਕਿਹਨੂੰ? ਸਿਰਫ ਲਾਲੋ ਨੂੰ ਚੁਣਿਆ, ਕਿਉਂਕਿ ਉਹਨੂੰ ਸ਼ੂਦਰ ਕਿਹਾ ਜਾਂਦਾ ਸੀ, ਨੀਚ ਜਾਤ ਦਾ ਕਿਹਾ ਜਾਂਦਾ ਸੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਚੋਣ ਨੀਚ ਦੀ ਕੀਤੀ ਹੈ, ਵੀ ਲੋਕ ਇਹਨੂੰ ਦੁਰਕਾਰ ਰਹੇ ਨੇ। ਤੇ ਸੋਚ ਕੇ ਵੇਖੋ ਫਿਰ, ਜੇ ਸਾਡੇ ਅੰਦਰ ਕੋਈ ਹੰਕਾਰ ਭਾਵ ਹੈ, ਫਿਰ ਸਾਡੇ ਨਾਲ ਨਾਨਕ ਕਿਵੇਂ ਖੜੇਗਾ? ਕਿਉਂਕਿ ਇੱਥੇ ਤਾਂ ਨੀਵਾਂ ਹੋਣਾ ਪਵੇਗਾ। ਨਾਨਕ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੁਸੀਂ ਕਿਰਪਾ ਕਰੋ, हे ਪਾਤਸ਼ਾਹ ਜੀ ਮੈਂ ਨੀਚ ਕਰਮਾਂ ਵਾਲਾ ਹਾਂ, ਮੇਰੇ ਕਰਮ ਨੇ ਜਿਹੜੇ ਕੀਤੇ ਜਾਣ ਵੇਲੇ ਮੇਰੇ ਕੰਮ ਨੇ ਬੜੇ ਨੀਚ ਨੇ। ਅਰਦਾਸ ਕਰੀਏ ਸਤਿਗੁਰੂ ਸਾਨੂੰ ਵੀ ਰੱਖ ਲੈਣ, ਫਿਰ ਹੀ ਸਤਿਗੁਰੂ ਕਿਰਪਾ ਕਰਨਗੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੱਜ ਪਹਿਲੇ ਪ੍ਰਕਾਸ਼ ਪੁਰਬ 'ਤੇ ਆਪਾਂ ਇਹ ਵਿਚਾਰਾਂ ਕੀਤੀਆਂ, ਅਤੇ ਅਰਦਾਸ ਸਤਿਗੁਰੂ ਅੱਗੇ ਇਹੀ ਕਰਨੀ ਆ ਸਾਰਿਆਂ ਨੇ ਵੀ ਪਾਤਸ਼ਾਹ ਜੀ ਅੱਜ ਅਸੀਂ ਇਹ ਚਾਨਣ ਸੀ ਜਿਹੜਾ ਪ੍ਰਕਾਸ਼ ਹੈ ਤੁਹਾਡਾ ਲੈ ਕੇ ਜਾ ਰਹੇ ਹਾਂ, ਅਤੇ ਸਾਡੇ ਅੰਦਰ ਸਦਾ ਇਹ ਪ੍ਰਕਾਸ਼ ਖੇੜਾ ਹੈ ਜਿਹੜਾ ਉਹ ਬਣਿਆ ਰਵੇ, ਫਿਰ ਹੀ ਸਤਿਗੁਰੂ ਸਾਡੇ ਉੱਤੇ ਰਹਿਮਤ। Bye.